ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵਹਿ, ਸੂਰਜ ਚੜੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰੂ ਬਿਨ ਸਮਝ ਨ ਆਵੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਵਡਭਾਗੇ ਹੋ। ਆਓ ਵਿਚਾਰਾਂ ਦੀ ਸਾਂਝ ਪਾਈਏ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਕੁਝ ਵਿਚਾਰਾਂ ਦੀ ਸਾਂਝ ਪਾ ਰਹੇ ਸੀ। ਪਿੱਛੇ ਵਿਚਾਰ ਸਰਵਣ ਕੀਤੀ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੋਦੀਖਾਨੇ ਤੋਂ ਆਪਣੀ ਡਿਊਟੀ ਛੱਡ ਕੇ 3 ਦਿਨ ਅਲੋਪ ਰਹੇ। ਬੇਬੇ ਨਾਨਕੀ ਦੇ ਘਰ ਸੋਗ ਪੈ ਗਿਆ। ਲੋਕ ਦੂਰੋਂ ਨੇੜੋਂ ਚੱਲ ਕੇ ਆਉਂਦੇ ਨੇ, ਅਫਸੋਸ ਕਰਦੇ ਨੇ, ਪਰ ਬੇਬੇ ਨਾਨਕੀ ਦੀ ਅੱਖ ਵਿੱਚੋਂ ਹੰਝੂ ਨਹੀਂ ਡਿੱਗਿਆ। ਸਭ ਦੀਆਂ ਅੱਖਾਂ ਰੋ ਰਹੀਆਂ ਨੇ। ਬੇਬੇ ਨਾਨਕੀ ਨੂੰ ਬਾਬੇ ਨਾਨਕ ਤੇ ਇੰਨਾ ਭਰੋਸਾ, ਯਕੀਨ, ਉਸ ਨੂੰ ਮਾਪਣ ਦੇ ਲਈ ਸ਼ਾਇਦ ਸਾਡੇ ਕੋਲੇ, ਦੁਨੀਆ ਕੋਲੇ ਕੋਈ ਪੈਮਾਨਾ ਨਹੀਂ ਹੈ। ਦੁਨੀਆ ਕਹਿੰਦੀ ਆ ਗੁਰੂ ਨਾਨਕ ਡੁੱਬ ਗਿਆ, ਪਰ ਬੇਬੇ ਨਾਨਕੀ ਕਹਿੰਦੀ ਆ ਉਹ ਡੁੱਬਿਆ ਨਹੀਂ, ਉਹ ਡੁੱਬਿਆਂ ਨੂੰ ਤਾਰਨ ਵਾਲਾ ਹੈ। ਕੁਛ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਜਿੱਥੇ ਗੁਰਦੁਆਰਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੇਰ ਸਾਹਿਬ ਹੈ, ਸੰਤ ਘਾਟ ਹੈ, ਕਿੰਨੀ ਗੁਰਦੁਆਰੇ ਨੇ। ਉਸ ਧਰਤੀ ਤੇ ਪਾਤਸ਼ਾਹ ਜੀ ਨੇ ਪ੍ਰਗਟ ਹੋ ਕੇ ਸੱਚ ਦਾ ਹੋਕਾ ਮਾਰਿਆ। ਨਾ ਕੋਈ ਹਿੰਦੂ, ਨਾ ਮੁਸਲਮਾਨ, ਅੱਲਾਹ ਜੀ ਕੇ ਪਿੰਡ ਪ੍ਰਾਨ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਲ ਮੰਤਰ ਦੀ ਬਖਸ਼ਿਸ਼ ਹੋਈ। ਸਭ ਖੁਸ਼ ਹੋਏ। ਗੁਰੂ ਨਾਨਕ ਪ੍ਰਗਟ ਹੋ ਗਿਆ। ਗੁਰੂ ਨਾਨਕ ਦੇ ਦਰਸ਼ਨ ਕਰਕੇ ਆਪਣੀ ਰੂਹ ਦੀ ਪਿਆਸ ਬੁਝਾਈ। ਇਸ ਤੋਂ ਅਗਲਾ ਇਤਿਹਾਸ ਇੱਥੋਂ ਤੱਕ ਆਪਾਂ ਸੁਣ ਚੁੱਕੇ ਸੀ। ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਦਾਂ ਦੇ ਹਾਲਾਤਾਂ ਵਿੱਚ ਜ਼ਿੰਦਗੀ ਜਿਉਂਦਿਆਂ ਪਰਿਵਾਰ, ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ
रिश्तेदार, सस सहुरा, मामा आदक, सस चंदो राणी, सहुरा मूलचंद पटवारी, मामा कृष्ण चंद, ये पहुंचे हुए ने ते गुरु नानक पातशाह जी नूं मिलदे ने। ते गुरु नानक पातशाह जी उस टाइम ते घर नहीं गए, सीधे शमशान भूमि च गए ने। हुण इत्थे पूरा ध्यान दिओ, तुसीं बड़े प्यारे हो, सत्कारयोग हो, वडभागे हो, हर गल नूं समझदे हो। क्यों गल नूं समझना ही औखा हुंदा, जदों बंदे नूं समझ आ जाए फिर तां कलेश ही मुक जांदा। जिन्ना वक्त मनुख गल नूं समझदा नहीं, उन्ना टाइम साडी जिंदगी च झंझट बनिया रहिंदा। हुण गुरु नानक पातशाह जी बेई नदी तो बाहर आके घर नहीं गए ते पातशाह शमशान भूमि चले गए, कब्रस्तान चले गए। इहदे पिछे कारण आ, मतलब आ, कोई वजह। दुनिया शमशान भूमि जांदी नहीं, लोक लेके जांदे आ। पता ना, शमशान भूमि लोक जांदे नहीं, दुनिया लेके जांदी आ। 4 जने चक के ले जांदे आ। देखो बंदा चलिया, 4 जने आंदा कन। पर गुरु नानक साहब जिउंदे जी खुद आप शमशान भूमि गए, आप कब्रस्तान गए। क्यों? हुण सतगुरु पातशाह जी ने उत्थे जाके सच दा होका दिता। जानी कि इउं कह लो, सच्चियां गल्लां दुनिया नूं सुणाउण दे लई बिल्कुल इउं कह लो भी भावें किसे दे गिट्टे भावें गोडे लगे, पर पातशाह ने उन्हां गल्लां नूं करन दा फैसला सुल्तानपुर दी धरती कबर अस्थान दे विच कीता। ते उत्थे पातशाह ने सच दा होका मारिया। लोक बहुत ज्यादा इकट्ठा जो पातशाह जी दे नाल गए ने। ये तां गल हो गई। हुण पातशाह जी उत्थे जाके बिल्कुल चुपचाप बैठ के, जिहड़ी हुण स्थिति बनी आ, नाल मरदाना जी आ। आम तौर ते की वेख्या जांदा गा, आम तौर ते वेख्या जांदा भी जदों बंदा चुप जे हो जे ना, परिवार दे विच रहिंदा होया, माता पिता नूं परिवार नूं फिक्र पै जांदी है भी चुप क्यों हो गया, बोलदा क्यों नहीं, गलबात घट करदा। ਉਹਦੇ ਤੇ ਫਿਰ ਕੋਈ ਨਾ ਕੋਈ ਉਪਾਅ ਕੀਤਾ ਜਾਂਦਾ, ਕੋਈ ਤਰੀਕਾ ਅਪਣਾਇਆ ਜਾਂਦਾ ਉਹਨੂੰ ਬੁਲਾਉਣ ਦੇ ਲਈ। ਹੁਣ ਸਤਿਗੁਰੂ ਨਾਨਕ ਪਾਤਸ਼ਾਹ ਵੇਈ ਨਦੀ ਦੇ ਵਿੱਚੋਂ ਬਾਹਰ ਆ ਕੇ ਸੱਚ ਦਾ ਫੈਸਲਾ, ਸੱਚ ਸੁਣਾਉਣ ਦੀ ਗੱਲ ਕਰਨ ਦੇ ਲਈ ਸਿਵਿਆਂ ਦੇ ਵਿੱਚ ਸ਼ਮਸ਼ਾਨ ਭੂਮੀ ਵਿੱਚ ਚਲੇ ਗਏ। ਪਰ ਇਸ ਗੱਲ ਦਾ ਪਤਾ ਕਿਸੇ ਨੂੰ ਨਹੀਂ, ਪਰ ਪਾਤਸ਼ਾਹ ਬਿਲਕੁਲ ਚੁੱਪ ਨੇ, बिल्कुल शांत चित बैठे ने। ते हुण सतगुरु नानक पातशाह नूं बुलाउण दे लई परिवार ने भी, आम दुनियादारां ने भी यतन कीता, पर गुरु पातशाह बोले नहीं। परिवार दी रीत अनुसार एक मुसलमान लिआंदा गया। ਉਹ ਮੁਸਲਮਾਨ ਕੌਣ ਆ? ਅੱਜ ਕੱਲ੍ਹ ਵੀ ਆਮ ਹੀ ਪਿੰਡਾਂ ਦੇ ਵਿੱਚ ਕਬਰਾਂ ਜਿਹੀਆਂ ਲਾ ਕੇ ਢਾਂਚਾ ਜਿਹਾ ਬਣਾ ਕੇ ਲੋਕ ਬਹਿ ਜਾਂਦੇ ਨੇ ਤੇ ਆਪਣੇ ਵੱਲੋਂ ਕੀ ਕਹਿੰਦੇ ਨੇ ਜੀ, ਇਹ ਸਿਆਣਾ ਗਾ, ਇਹ ਲੋਕਾਂ ਨੂੰ ਸੱਚੀਆਂ ਗੱਲਾਂ ਦੱਸਦਾ ਤੇ ਲੋਕਾਂ ਦੇ ਦੁੱਖਾਂ ਦਾ ਇਲਾਜ ਕਰਦਾ। ਕੋਈ ਵੀ ਬਿਮਾਰੀ ਹੋਵੇ ਬਾਬਾ ਠੀਕ ਕਰ ਦਿੰਦਾ ਹੈਗਾ। ਪਤਾ ਨਹੀਂ ਕਿਉਂ ਸਾਡਾ ਵਿਸ਼ਵਾਸ ਉਹਨਾਂ ਗੱਲਾਂ ਤੇ ਬਣ ਗਿਆ, ਪਰ ਚਾਹੀਦਾ ਨਹੀਂ। ਕੀ ਆ ਉਹਨਾਂ ਕੋਲੇ? ਕੁਛ ਨਹੀਂ ਹੈ ਭਰਾਵੋ, ਭੈਣੋ ਮਾਵੋ, ਛੱਡ ਦੋ ਖਹਿੜਾ ਜੇ ਸਾਡਾ ਸੁਭਾਅ ਬਣਿਆ ਵਿਆ। ਹੁਣ ਜਿਹੜਾ ਇੱਥੇ ਮੁਸਲਮਾਨ ਕੋਈ ਪੀਰ ਲੈ ਕੇ ਆਂਦਾ ਨਾ,
ਉਹਨੇ ਆਪਣੇ ਵੱਲੋਂ ਚਿਰਾਗ ਲਾਏ, ਬੱਤੀਆਂ ਲਾਈਆਂ, ਧੂਫ ਦਿਖਾਉਣੀ ਸ਼ੁਰੂ ਕੀਤੀ, ਪਰ ਗੁਰੂ ਨਾਨਕ ਸਾਹਿਬ ਬੋਲਿਆ ਨਹੀਂ। ਤੇ ਹੁਣ ਉਹ ਅੱਕ ਗਿਆ, ਜਿਹੜਾ ਬੁਲਾਉਣ ਵਾਲਾ ਆਇਆ ਨਾ ਉਹ ਅੱਕ ਗਿਆ। ਜਿਹੜਾ ਕਹਿੰਦਾ ਸੀ ਮੈਂ ਇਲਾਜ ਕਰ ਦੂੰ ਬਾਬੇ ਨਾਨਕ ਦਾ, ਉਹਨੂੰ ਬੋਲਣ ਲਾ ਦੂੰਗਾ, ਅੱਕ ਗਿਆ ਨਾ। ਹੁਣ ਕੀ ਕਹਿੰਦਾ, ਖੁਦਾ ਦੇ ਬੰਦੇ ਖੁਦਾ ਵਾਸਤੇ ਬੋਲ। ਉਸ ਮੁਸਲਮਾਨ ਨੇ ਅੱਕ ਕੇ ਲਾਸਟ ਵਿੱਚ ਗੱਲ ਕਹੀ, ਖੁਦਾ ਦੇ ਬੰਦੇ ਖੁਦਾ ਵਾਸਤੇ ਬੋਲ। ਜਾਨੀ ਕਿ ਇੱਕ ਰੱਬ ਦਾ ਵਾਸਤਾ ਪਾਤਾ। ਉਹ ਬੋਲ ਭਰਾਵਾ, ਮੈਂ ਤਾਂ ਅੱਕ ਗਿਆ, ਸਾਰੇ ਅੱਕ ਗਏ ਤੈਨੂੰ ਬੁਲਾਉਣ ਦੇ ਲਈ, ਕੁਛ ਤਾਂ ਬੋਲ। ਤੇ ਗੁਰੂ ਨਾਨਕ ਸਾਹਿਬ ਹੱਸ ਪਿਆ, ਬੋਲ ਪਿਆ। ਕੀ ਕਹਿੰਦਾ, ਮੈਂ ਤਾਂ ਉਡੀਕ ਰਿਹਾ ਕਿਸ ਗੱਲ ਨੂੰ, ਕਦੋਂ ਕੋਈ ਕਹੇ ਵੀ ਖੁਦਾ ਵਾਸਤੇ ਬੋਲ। ਮੈਂ ਤਾਂ ਆਏ ਖੁਦਾ ਵਾਸਤੇ ਬੋਲਣਾ। ਬਾਬਾ ਨਾਨਕ ਨਹੀਂ ਕੱਲਾ ਕੱਲਾ ਉਹ ਨਹੀਂ, ਅਸੀਂ ਸਾਰੇ ਖੁਦਾ ਵਾਸਤੇ ਹੀ ਬੋਲਣ ਆਏ ਆ। ਪਰ ਇਹ ਤਾਂ ਸਾਡੀ ਕਮਜ਼ੋਰੀ ਆ ਵੀ ਖੁਦਾ ਨੂੰ ਭੁੱਲ ਕੇ ਬੰਦਾ ਖੁਦ ਕਰਕੇ ਬੋਲਣ ਲੱਗ ਗਿਆ, ਹੰਕਾਰ 'ਚ ਬੋਲਣ ਲੱਗ ਗਿਆ। ਹੰਕਾਰ ਤਾਂ ਇੰਨਾ ਪੈਰ ਦੇ ਗੂਠੇ ਤੋਂ ਲਾ ਕੇ ਨਾਸਾਂ ਤੱਕ ਸਾਡਾ ਹੰਕਾਰ ਭਰਿਆ ਪਿਆ। ਉਹ ਛਾਲੇ ਮਾਰਦਾ ਗਾ, ਬਚ ਗਏ। ਹੁਣ ਦੁਨੀਆ ਦੀ ਰੀਤ ਆ, ਖੁਦਾ ਵਾਸਤੇ ਨਹੀਂ, ਬੰਦਾ ਖੁਦ ਵਾਸਤੇ ਬੋਲਦਾ। ਜੋ ਖੁਦ ਨੂੰ ਚੰਗਾ ਲੱਗੇ, ਖੁਦ ਨੂੰ ਵਧੀਆ ਲੱਗੇ, ਆਪਣੇ ਆਪ ਨੂੰ, ਤੇ ਖੁਦਾ ਵਾਸਤੇ ਥੋੜੀ ਬੋਲਦਾ। ਹੁਣ ਰੱਬ ਨੂੰ ਕੀ ਚੰਗਾ ਲੱਗਦਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਬੰਦੇ ਨੂੰ ਇਹ ਨਹੀਂ ਚੰਗਾ ਲੱਗਦਾ, ਬੰਦੇ ਨੂੰ ਸ਼ਾਮ ਵਾਲੀ ਮਹਿਫਿਲ ਚੰਗੀ ਲੱਗਦੀ ਆ। ਕੁਦਰਤੀ ਨੇਚਰ ਹੈ ਨਾ ਬੰਦੇ ਦਾ, ਸੁਹਾਗ ਆ। ਸ਼ਾਮ ਵਾਲਾ ਪੱਖ ਵਧੀਆ ਲੱਗਦਾ, ਸੁਬਾਹ ਵਾਲਾ ਪੱਖ ਥੋੜੀ ਵਧੀਆ ਲੱਗਦਾ। ਤੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਉਹ ਮੁਸਲਮਾਨ ਨੇ ਕਿਹਾ ਨਾ, ਖੁਦਾ ਦੇ ਬੰਦੇ ਖੁਦਾ ਵਾਸਤੇ ਬੋਲ, ਤੇ ਗੁਰੂ ਨਾਨਕ ਸਾਹਿਬ ਬੋਲ ਪਿਆ, ਕਹਿੰਦਾ ਮੈਂ ਖੁਦਾ ਵਾਸਤੇ ਬੋਲਣਾ ਆ। ਸ਼ੁਕਰ ਆ ਤੇਰਾ, ਤੂੰ ਕਹਿਤਾ ਵੀ ਖੁਦਾ ਵਾਸਤੇ ਬੋਲ। ਮੈਂ ਬੋਲੂੰ, ਸਾਰੀ ਉਮਰ ਬੋਲੂੰ, ਮਰਦੇ ਦਮ ਤੱਕ ਬੋਲੂੰ ਖੁਦਾ ਵਾਸਤੇ, ਮੈਂ ਆਪਣੇ ਵਾਸਤੇ ਨਹੀਂ ਬੋਲਦਾ। ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਬਣੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਸੱਚ ਦਾ ਹੋਕਾ ਦਿੱਤਾ। ਕਹਿਣ ਤੋਂ ਭਾਵ, ਸਭ ਤੋਂ ਪਹਿਲਾਂ ਇੱਥੇ ਪਾਤਸ਼ਾਹ ਨੇ ਦੁਨੀਆ ਨੂੰ ਸਿਵਿਆਂ ਦੇ ਵਿੱਚ ਬੈਠ ਕੇ ਖਰੀਆਂ ਖਰੀਆਂ ਬਬਾਣੀਆਂ ਕਹਾਣੀਆਂ, ਪੁੱਤ ਸੁਪੁੱਤ ਕ੍ਰੇਨ ਮਨ ਸਮਝਾਵਣ ਕਾਰਣੇ, ਕਛੂਅਕ ਪੜ੍ਹੀਏ ਗਿਆਨ। ਤੇ ਬਾਬੇ ਨਾਨਕ ਨੇ ਸਿਵਿਆਂ ਦੇ ਵਿੱਚ ਬੈਠ ਕੇ ਬਾਣੀ ਦਾ ਉਚਾਰਨ ਕੀਤਾ ਤੇ ਲੋਕਾਂ ਨੂੰ ਸੁਣਾਈ। ਥੋੜਾ ਜਿਹਾ ਪਿੱਛੇ ਚੱਲ ਗਏ ਹੁਣ ਆਪਾਂ। ਕਬੀਰ ਤੇ ਫਰੀਦ ਬਾਰੇ ਅਕਸਰ ਹੀ ਆਪਾਂ ਸੁਣਦੇ ਹਾਂ ਵੀ ਬਾਬਾ ਕਬੀਰ ਸਾਹਿਬ ਨੇ ਤੇ ਫਰੀਦ ਸਾਹਿਬ ਨੇ ਜ਼ਿਆਦਾਤਰ ਗੁਰਬਾਣੀ ਦਾ ਜਿਹੜਾ ਉਚਾਰਨ ਉਹ ਸਿਵਿਆਂ ਦੇ ਵਿੱਚ ਬੈਠ ਕੇ ਕੀਤਾ। ਕਿਉਂ? ਇਹਦਾ ਮਤਲਬ ਸੀ, ਜਿਹੜਾ ਦੁਨੀਆ ਦਾ ਇਕੱਠ ਹੁੰਦਾ ਨਾ, ਤੁਸੀਂ ਸਾਰੇ ਸਿਆਣੇ ਹੋ, ਸਮਝਦੇ ਹੋ, ਮਰੇ ਬੰਦੇ ਪਿੱਛੇ ਲੋਕ, ਰਿਸ਼ਤੇਦਾਰ, ਪਿੰਡ, ਇੱਧਰੋਂ ਉੱਧਰੋਂ ਬੰਦੇ ਜਾਂਦੇ ਨੇ। ਉਹਦਾ ਇੱਕੋ ਹੀ ਮਤਲਬ ਹੁੰਦਾ ਵੀ ਅੱਜ ਤੁਹਾਡਾ ਇਹ ਭਰਾ ਚਲਾ ਗਿਆ, ਕੱਲ ਨੂੰ ਤੁਸੀਂ ਵੀ ਚਲਾ ਜਾਣਾ, ਮਾੜਾ ਮੋਟਾ ਅਫਸੋਸ ਕਰੋ। ਜੇ ਗਲਤੀਆਂ ਕਰਦੇ ਹੋ, ਗਲਤੀਆਂ ਛੱਡ ਕੇ ਰੱਬ ਦਾ ਪੱਲਾ ਫੜ ਲਓ। ਮਤਲਬ ਤਾਂ ਹੁੰਦਾ ਹੈਗਾ। ਤੇ ਹੁਣ ਸਾਡਾ ਮਤਲਬ ਕੀ ਬਣ ਗਿਆ? ਸਾਨੂੰ ਮਿਲਦਾ ਪ੍ਰੋਗਰਾਮ, ਲੀਡਰਾਂ ਨੂੰ ਵੀ ਨਾ ਕਿਸੇ ਦਾ ਕੋਈ ਮਰਜ਼ੀ ਪ੍ਰੋਗਰਾਮ ਮਿਲ ਜਾਂਦਾ। ਤੇ ਬਹੁਤੇ ਭਾਵ ਪਿੰਡਾਂ ਦੀ ਰੀਤ ਵੀ ਆ, ਚਾਹੇ ਉਹ ਵੀਰ ਆ ਤੇ ਚਾਹੇ ਉਹ ਕੋਈ ਭੈਣਾਂ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਮਿਲ ਜਾਂਦਾ। ਬਹੁਤੇ ਤਾਂ ਮੇਰੇ ਵਰਗੇ ਉਡੀਕਦੇ ਰਹਿੰਦੇ ਨੇ ਵੀ ਕਿਸੇ ਦੇ ਕੋਈ ਮਰੇ ਤੇ ਫਿਰ ਅਸੀਂ ਜਾ ਕੇ ਲੀਡਰੀ ਕਰੀਏ। ਤੇ ਗੁਰੂ ਨੇ ਕੀ ਕਿਹਾ, ਬੰਦੇ ਨੂੰ ਨਾ ਕੱਲਾ ਪਰਿਵਾਰ ਵੀ ਨਿਬੇੜ ਸਕਦਾ, ਕੋਈ ਗੱਲ ਨਹੀਂ, ਦੱਬਤਾ ਜਾਂ ਫੂਕਤਾ, ਕੁਛ ਵੀ ਕੀਤਾ, 4-5 ਬੰਦੇ ਸਾਰਾ ਕੁਛ ਕਰ ਸਕਦੇ ਨੇ। 150 ਬੰਦੇ ਦੇ ਇਕੱਠ ਤੋਂ ਭਾਵ ਕੀ ਹੁੰਦਾ? ਕੁਝ ਸਮਝ, ਅਕਲ ਨੂੰ ਹੱਥ ਮਾਰ। ਪਰ ਸਾਡਾ ਉਹੀ ਵਾਹਾਂ ਤੇ ਉਹੀ ਕੁਹਾੜੀ ਹੁੰਦੀ ਹੈ, ਅਸੀਂ ਨਹੀਂ ਬਦਲੇ। ਪਰ ਬਾਬੇ ਨਾਨਕ ਨੇ ਉੱਥੇ ਜਰੀਆ ਦੱਸਿਆ ਸਾਨੂੰ, ਸਿਵਿਆਂ ਦੇ ਵਿੱਚ ਜਾ ਕੇ ਬੰਦੇ ਦਾ ਮਨ ਢੈਲਾ ਪੈ ਜਾਂਦਾ, ਬੰਦਾ ਬੰਦੇ ਨੂੰ ਜਦੋਂ ਮੱਚਦਾ ਵੇਖਦਾ। ਪਰ ਸਾਡਾ ਮਨ ਤਾਂ ਪੱਥਰ ਵਰਗਾ, ਸਾਡੇ ਵਾਂਗੂ ਤਾਂ ਭਾਵੇਂ ਉੱਥੇ 10 ਬੰਦਿਆਂ ਨੂੰ ਅੱਗ ਲਾ ਦਿਓ ਤਾਂ ਨਹੀਂ ਪਤਲਾ ਪੈਂਦਾ। ਹਾਂ, ਜਿਹਦਾ ਪਤਲਾ ਪੈਣਾ ਉਹ 24 ਘੰਟੇ ਅਫਸੋਸ ਦੇ ਵਿੱਚ ਆ,
ਜਾਣੀ कि रब की गल विच आ, रब दे भाणे विच जिंदगी जिउंदा गा। मालक बख्शिश करे। नंबर 2, पातशाह ने फिर ये भी दस दिता, जो तो प्रेम खेलन का चाओ, सिर धर तली गली मेरी आओ। भी जे तुसी सच की गल करनी है ना, तां तुहानू मौत नाल समझौता करना पऊ। जे सच की गल करनी है ते बाबे नानक ने सिवियां दे विच पहला होका तां ही मारिया ना, भी जे सच बोलना तां मौत नूं प्रवान करना पऊ। जिद्दे मर्जी कोई मार दे, जिद्दे मर्जी कोई वढ दे, कोई परवाह नहीं। ये बाबे नानक दा संदेश आ। ये बाबे नानक दा सानू ना 32-33 साल की उम्र विच उपदेश दिता वाहिगुरू ने सानू। ते सतगुरु पातशाह ने इत्थे ये 2 मैसेज लोकां नूं दिते। इत्थे मन ढैला पै जांदा। सच की गल करनी है तां शमशान भूमि च बंदे दा अंतिम क्रिया कर्म किया जाता, ते समझौता करन दी क्रिया दसी आ भी सच बोलण दे लई तुहानू भाई मौत नाल समझौता करना पऊगा। हुण गुरु नानक पातशाह नूं घर दे विच लेके आंदा। ਜਦੋਂ घर ਦੇ ਵਿੱਚ ਲੈ ਕੇ ਆਂਦਾ ਨਾ, ਇੱਥੇ ਇੱਕ ਗੱਲ ਆਪਾਂ ਸਾਂਝੀ ਕਰੀਏ। ਗੁਰੂ ਨਾਨਕ ਸਾਹਿਬ ਦੇ ਬਾਪ ਨੇ ਨਾ, ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਕਹੀ, ਕਹਿੰਦਾ ਪੁੱਤ, ਹਰ ਇੱਕ ਨਾ ਬਾਪ ਦੀ, ਹਰ ਇੱਕ ਮਾਂ ਦੀ ਤਮੰਨਾ ਹੁੰਦੀ ਆ, ਮੈਂ ਆਪਣੇ ਪੁੱਤ ਦੀ ਕਮਾਈ ਚੋਂ ਰੋਟੀ ਖਾਵਾਂ। मेरी तेरे नाल बनी नहीं, बचपन तो लेके तेरी मेरे नाल अणबण। मैं चाहुंदा भी तू ना मैनू अपने हत्थां दी कमाई विचों रोटी खवा। अपने हत्थां दी कमाई विचों तू हुण तक की कमाया ते की खट्टिया। बाबे नानक नूं अज पहली बार गुरु नानक साहब दा बाप ये गल कहंदा, की खट्टिया ते की कमाया, मैनू इस गल दा थोड़ा जिहा दस ते मैनू अपनी कमाई दे विचों रोटी दे। मेरी तमन्ना किते मैं ऐं ना मर जा। ते गुरु नानक साहब ने ना उत्थे एक गल कही सी कि आ बापू, तैनू मैं ना अपनी कमाई दिखावां, अपनी कमाई दे विचों तैनू रोटी खुआवां आ। ते गुरु नानक साहब ने ना अपने बापू ते अपनी बेबे दी बांह फड़ के सुल्तानपुर दियां गलियां च लेके गया सी। ते गुरु नानक साहब दे पिता दी ना इन्नी वडियाई कीती लोकां ने रज के। धन गुरु नानक, धन गुरु नानक पातशाह दे माता ते पिता। ते अज पता लग्या मेहता कालू नूं मेरे पुत दा सुभाअ किहो जा। ते घर वापस आके ना पूरे सुल्तानपुर विच गुरु नानक दा अपना जस वेख के सुन के ते आके ना अज 32-33 सालां दा हो गया गुरु नानक पातशाह। 33-34 सालां दी उमर विच अज ना मेहता कालू ने दोवें हथ खोल ले, अपनियां बाहां खोल लियां ते छाती अगे कीती ते की कहंदा, पुत मेरी छाती ना लग, मैनू अज पता लग्या तेरे विच की बख्शिशा उस अकाल पुरख दी। अज पता लग्या मैनू तेरे सुभाअ दा, अज पता लग्या मैनू तेरी आदत दा। आ मेरे नाल लग। अज पहली बार गुरु नानक साहब नूं मेहता कालू ने गलवकड़ी विच लिया। पता लग गया मेरे पुत दी किन्नी क सोभा गई। ते गुरबाणी च तां गुरु नानक साहब दी सोभा बारे आपां कुछ अपने वल्लों लफज कही नहीं सकदे भी जिथे किते भी गुरु नानक साहब दी सोभा ना होवे। सारा इतिहास, सारी गुरबाणी धन गुरु नानक, धन गुरु नानक कहंदी है। एक तां ना लफजी हुंदा धन गुरु नानक, उदां ही रटन हुंदा गा, वो बुलाउण च भी हाँ जी धन गुरु नानक, लिखिया भी कंधा धन गुरु नानक पिया, गड्डियां ते भी धन गुरु नानक लिखिया पिया। वो नहीं पसंद, पसंद वो आ केड़ा जिथे जाके प्रैक्टिकल दे रूप विच आपां वेखांगे वाकई गुरु नानक साहब ना धन गुरु नानक कहाउण जोगे हैगे आ, एवें नहीं।
ਤੇ ਹੁਣ ਪਾਤਸ਼ਾਹ ਜੀ ਨੇ ਕੀ ਕਿਹਾ, ਚੰਗਾ ਭਾਈ ਹੁਣ ਸਾਨੂੰ ਸਾਡੇ ਮਿਸ਼ਨ ਵੱਲ ਵਧਣ ਦਿਓ, ਰੋਕੋ ਨਾ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਨਾ, ਪੂਰੇ ਧਿਆਨ ਦੇ ਨਾਲ ਸੁਣਿਓ, ਸਾਨੂੰ ਸਾਡੇ ਮਿਸ਼ਨ ਵੱਲ ਵਧਣ ਦਿਓ, ਰੋਕੋ ਨਾ। ਤੇ ਉਹ ਮਿਸ਼ਨ ਕਿਹੜਾ ਗਾ? ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਇੱਥੋਂ ਕੁਝ ਕੁ ਮੀਲ ਤੇ ਨਾ ਪਿੰਡ ਆ ਭੈਰੋਵਾਣਾ, ਸੁਲਤਾਨਪੁਰ ਦੇ ਲਾਗੇ ਆ। ਗਏ ਤਾਂ ਜ਼ਰੂਰ ਇਹਨਾਂ ਪਿੰਡਾਂ ਦੇ ਦਰਸ਼ਨ ਕਰਕੇ ਆਇਓ। ਕੋਲੇ ਆ ਪਿੰਡ ਭੈਰੋਵਾਣਾ, ਤੇ ਉਹ ਭੈਰੋਵਾਣੇ ਦੇ ਵਿੱਚ ਇੱਕ ਕਾਰੀਗਰ ਰਹਿੰਦਾ। ਉਹ ਕਾਰੀਗਰ ਦਾ ਨਾਮ ਆ ਭਾਈ ਫਰੰਦਾ। ਤੇ ਉਹ ਕੰਮ ਕੀ ਕਰਦਾ? ਉਹ ਰਬਾਬਾਂ ਬਣਾਉਂਦਾ, ਸਾਜ਼ ਬਣਾਉਂਦਾ। ਤੇ ਰਬਾਬ ਆ ਨਾ ਜਿਹੜੀ, ਇਹ ਰਬਾਬ ਈਰਾਨ ਦਾ ਸਭ ਤੋਂ ਪ੍ਰਸਿੱਧ ਸਾਜ਼ ਆ। ਇੰਟਰਨੈਸ਼ਨਲ ਪੱਧਰ ਤੇ ਮਾਨਤਾ ਦਿੱਤੀ ਵੀ ਆ ਈਰਾਨ ਦੇ ਲੋਕਾਂ ਵੱਲੋਂ ਰਬਾਬ ਨੂੰ। ਤੇ ਹੁਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ? ਮਰਦਾਨਿਆਂ ਜਾ ਰਬਾਬ ਲੈ ਕੇ ਆ। ਤੇ ਮਰਦਾਨੇ ਨੇ ਜਵਾਬ ਨਹੀਂ ਦਿੱਤਾ। ਮਰਦਾਨਾ ਕਹਿੰਦਾ ਜੀ 7 ਵਚਨ। ਤੇ ਭੱਜ ਕੇ ਬੇਬੇ ਨਾਨਕੀ ਅੱਗੇ ਆ ਗਈ, ਕਹਿੰਦੀ ਮਰਦਾਨਿਆਂ ਧੰਨ ਗੁਰੂ ਨਾਨਕ ਪਾਤਸ਼ਾਹ, ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਕੀ ਮਿਸ਼ਨ ਵੱਲ ਵੱਧ ਰਹੇ ਹੋ, ਕਿੱਧਰ ਜਾ ਰਹੇ ਹੋ। ਸੱਚ ਦਾ ਹੁੱਕਾ, ਰੱਬ ਦੀ ਉਸਤਤ ਵਡਿਆਈ ਕਰਨ ਦੇ ਲਈ ਚਾਲੇ ਪਾ ਰਹੇ ਹੋ ਨਾ। ਮੇਰਾ ਵੀ ਯੋਗਦਾਨ ਪਵਾ ਲਓ, ਮੇਰਾ ਵੀ ਹਿੱਸਾ ਪਵਾ ਲਓ। ਤੇ ਹੁਣ ਚੇਤਾ ਰੱਖਿਓ, ਭਾਵੇਂ ਬੇਬੇ ਨਾਨਕੀ ਨਾਲ ਨਹੀਂ ਜਾ ਸਕਦੀ, ਪਰ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਦੇ ਪ੍ਰਚਾਰ ਵਿੱਚ ਸਭ ਤੋਂ ਵੱਡਾ ਸਹਿਯੋਗ, ਸਭ ਤੋਂ ਵੱਡਾ ਯੋਗਦਾਨ ਬੇਬੇ ਨਾਨਕੀ ਦਾ, ਇਉਂ ਕਹਿ ਲਈਏ ਔਰਤ ਦਾ। ਤੇ ਭੈਣਾਂ ਨੂੰ ਮਾਣ ਹੋਣਾ ਚਾਹੀਦਾ ਬੇਬੇ ਨਾਨਕੀ ਤੇ। ਮਾੜੀ ਜੀ ਗੌਰ ਕਰਕੇ ਵੇਖੋ। ਵੈਸੇ ਚਲੋ ਆਪਾਂ ਫੋਟੋਆਂ ਦੇ ਪੁਜਾਰੀ ਨਹੀਂ ਹਾਂ, ਅਸੀਂ ਸ਼ਬਦ ਦੇ ਪੁਜਾਰੀ ਹਾਂ। ਸਾਡੇ ਘਰਾਂ ਵਿੱਚ ਫਿਲਮੀ ਐਕਟਰਾਂ ਦੀਆਂ ਫੋਟੋਆਂ ਮਿਲ ਸਕਦੀਆਂ, ਪੀਰਾਂ ਫਕੀਰਾਂ ਦੀਆਂ ਫੋਟੋਆਂ ਮਿਲ ਸਕਦੀਆਂ, ਪਰ ਕਿੰਨੇ ਕੁ ਇੱਕ ਨਗਰ ਵਿੱਚ ਘਰ ਹੋਣਗੇ ਜਿੱਥੇ ਬੇਬੇ ਨਾਨਕੀ ਦੀ ਫੋਟੋ ਹੋਊਗੀ? ਵਿਰਲੇ ਹੋਣਗੇ, ਟਾਵੇਂ ਹੋਣਗੇ। ਕਿੰਨੇ ਕੁ ਘਰ ਹੋਣਗੇ ਜਿਹੜੇ ਉੱਠ ਕੇ ਰੋਜ਼ਾਨਾ ਕਹਿੰਦੇ ਹੋਣਗੇ ਧੰਨ ਬੇਬੇ ਨਾਨਕੀ। ਕਹਿਣਾ ਚਾਹੀਦਾ, ਜਿੱਥੇ ਧੰਨ ਗੁਰੂ ਨਾਨਕ ਆ ਨਾ, ਤੇ ਉੱਥੇ ਧੰਨ ਬੇਬੇ ਨਾਨਕੀ ਵੀ ਕਹਿਣ ਦਾ ਸਾਡਾ ਹੱਕ ਆ, ਫਰਜ਼ ਆ ਸਾਡਾ। ਤੇ ਬੇਬੇ ਨਾਨਕੀ ਨੇ ਸੱਚ ਦਾ ਹੋਕਾ ਦੇਣ ਤੋਂ ਪਹਿਲਾਂ ਬਾਬਾ ਨਾਨਕ ਨੂੰ ਇਹ ਗੱਲ ਕਹੀ, ਮੇਰਾ ਯੋਗਦਾਨ, ਮੇਰਾ ਹਿੱਸਾ ਪਵਾਓ ਵਿੱਚ। ਤੇ ਵਾਹਿਗੁਰੂ ਭਲਾ ਕਰੇ। ਤਾਈਓ ਨਾ ਕੋਈ ਵੀ ਗੁਰੂ ਨਾਨਕ ਪਾਤਸ਼ਾਹ ਦੀ ਇਹ ਰੀਤ ਆ, ਕੋਈ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕਿਸੇ ਤਰ੍ਹਾਂ ਦਾ ਕਾਰਜ ਵਿੱਢਿਆ ਜਾਂਦਾ ਤੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਕੋਈ 10, ਕੋਈ 20, ਕੋਈ 50, ਕੋਈ 100, ਜਿੰਨਾ ਵੀ ਦਸਵੰਧ ਦੇ ਸਕਦੇ ਹੋ, ਹਿੱਸਾ ਜ਼ਰੂਰ ਪਾਓ। ਤੇ ਹਿੱਸਾ ਪਾਉਣਾ ਇਹ ਸਾਨੂੰ ਰੀਤ ਨਾ ਬੇਬੇ ਨਾਨਕੀ ਨੇ ਸਿਖਾਈ ਆ। ਤੇ ਬਹੁਤੇ ਵਿਚਾਰੇ ਮੇਰੇ ਵਰਗੇ ਹੰਕਾਰੀ ਹੁੰਦੇ ਨੇ, ਕਹਿੰਦੇ ਲੈ ਦੂਜੇ ਦਿਨ ਬਾਅਦ ਮੰਗਣ ਲੱਗ ਜਾਂਦੇ ਆ। ਪਰ ਅਸਲ ਦੇ ਵਿੱਚ ਕਾਰਨ ਕੀ ਹੈ, ਵਜ੍ਹਾ ਕੀ ਹੈ? ਇਹ ਰੀਤ ਆ ਬਾਬੇ ਨਾਨਕ ਦੀ, ਮੰਗਣਾ ਨਹੀਂ। ਇਹ ਰੀਤ ਆ ਵੀ ਸਭ ਦਾ ਯੋਗਦਾਨ ਪੈ ਜੇ, ਕੋਈ ਪਿੱਛੇ ਨਾ ਰਹਿ ਜਾਓ ਭਾਈ, ਕੋਈ ਖਾਲੀ ਨਾ ਰਹਿ ਜਾਓ ਕਿਸੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਬੰਨ੍ਹੋਂ। ਤੇ ਇੱਥੇ ਬੇਬੇ ਨਾਨਕੀ ਨੇ ਆਪਣੇ ਵੱਲੋਂ ਸਹਿਯੋਗ ਦਿੱਤਾ ਪ੍ਰਚਾਰ ਕਰਨ ਦੇ ਸੰਬੰਧੀ। ਕੀ ਦਿੱਤਾ? ਬੇਬੇ ਨਾਨਕੀ ਕਹਿੰਦੀ ਮਰਦਾਨਿਆਂ ਆ ਮੇਰੇ ਵੱਲੋਂ ਨਾ 20 ਬਹਿਲੋਲੀਆਂ ਲੈ ਜਾ, ਜਾਣੀ ਕਿ 20 ਦਿਨਾਰ ਜਾਂ ਟਕੇ ਜਾਂ ਪੈਸੇ ਲੈ ਜਾ। ਜਿੰਨੇ ਲੱਗੇ ਨਾ ਰਬਾਬ ਤੇ ਲਾਇਆ ਹੀ, ਜਿੰਨੇ ਲੱਗੇ ਲਾਈ, ਬੇਪਰਵਾਹ ਹੋ ਕੇ ਇੰਨੀ ਕੁ ਵਧੀਆ ਰਬਾਬ ਲੈ ਕੇ ਆਈ। ਬਾਬਾ ਨਾਨਕ ਉਸ ਰਬਾਬ ਨੂੰ ਫਿੱਟ ਕਰ ਲਏ, ਪਸੰਦ ਕਰ ਲਏ। ਤੇ ਮਰਦਾਨਾ ਨਾ ਰਬਾਬ ਲੈਣ ਚਲਾ ਗਿਆ, ਰੁਪਈਏ ਬੇਬੇ ਨਾਨਕੀ ਤੋਂ ਲੈ ਕੇ। ਭਾਈ ਫਰੰਦੇ ਦਾ ਜਾ ਦਰਵਾਜ਼ਾ ਖੜਕਾਇਆ। ਫਰੰਦੇ ਨੂੰ ਪੁੱਛਿਆ, ਭਾਈ ਰਬਾਬ ਲੈ ਕੇ ਜਾਣੀ ਆ? ਸੁਣਿਆ ਤੂੰ ਬੜੀਆਂ ਵਧੀਆ ਰਬਾਬਾਂ ਬਣਾਉਣਾਗਾ, ਤੇ ਮੈਂ ਰਬਾਬ ਲੈਣ ਆਇਆ। ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹਾਂ ਮੈਂ, ਭਰਾ ਮੈਂ ਉਹਦਾ। ਹੁਣ ਗੁਰੂ ਨਾਨਕ ਸਾਹਿਬ ਨੂੰ ਕੌਣ ਭੁੱਲਿਆ ਭਲਾ ਏਰੀਏ 'ਚ। ਤੇ ਫਰੰਦੇ ਨੇ ਨਾ ਧੀਮੀ ਜੀ ਆਵਾਜ਼ ਦੇ ਵਿੱਚ, ਛੋਟੀ ਜੀ ਆਵਾਜ਼ ਦੇ ਵਿੱਚ ਕੀ ਕਿਹਾ? ਆਪਣੇ ਮਨ ਦੇ ਅੰਦਰ ਹੀ
कहता मैं तो किद्दे दा डिक्की जाना। देखो एक गल ध्यान च रखियो, गुरु नानक पातशाह जिथे भी गए आ ना रब दे प्यारियां कोले, देखो आप लफज वरत्या रब दे प्यारियां कोले, जिथे भी गए ने गुरु नानक साहब नूं ना घर घर दे विच उड़ीकिया जा रहा है। कमाल आ ना, आप पढ़ते हैं ना भी फलाने थां ते कश्मीर दे विच 6वें पातशाह नूं कोई माई उड़ीकदी आ, 9वें पातशाह नूं कोई मालवे च उड़ीकी जांदा, कोई माझे च उड़ीकी जांदा, कोई दुआबे च उड़ीकी जांदा गा, 10वें पातशाह नूं उड़ीकी जांदे ने, कोई उड़ीकी जांदे ने ते बहुते अजिहे ने जिहड़े दरवाजे बंद भी कर लैंदे ने। उन्हां दा भी खून अज साडी दुनिया दे विच है। हुण फरंदा कहंदा मैं तां उड़ीक रिहा, शाबाश तूं आ गया। हुण मरदाना कहंदा लिया भाई रबाब विखा, टाइम नहीं बहुता हैगा। ते रबाब मैं तेनू पहली दसती, रबाब पूरी टॉप दी होवे, वधिया होवे, जिहड़ी गुरु नानक पातशाह दे पसंद आ जे। रबाबां बड़ियां ने, मरदाना अपने वल्लों रबाबां नूं ना छेड़न लग गया, वेखण लग गया। ते फरंदे ने की कहा, ना भरावा ये रबाबां ना छेड़, ये तां आम जियां ते हल्के जे मुल दियां ने, ते जिहड़ी तैनू रबाब मैं देनी है ना उहदा मुल बहुत ज्यादा, ते रुपये लेके आया, मुल दे के जाएगा। मरदाने ने सोचा बंदा लालची लगदा, ताइयों बेबे नानकी ने पैसे दिते, उहनूं पता अपने एरिए दा भी रबाबां बनाउण वाला ना लालची बंदा। कहंदा आहो दे के जावांगा। मरदाना कहंदा कोई गल नहीं, मैं हक नहीं किसी दा रखांगा, बाबे नानक ने मैनूं सिखाई ये आ, मैं नहीं कहांगा भी 10 दी चीज़ ते 9 लै ला। ते वाहिगुरू भला करे, ये सिख दा सुभाव ही होना चाहिए। चलो जिथे कोई नजायज़ गल आ ना उत्थे गलबात तय हो सकदी है, तय हो सकदी आ, नहीं जचदी रहण दिओ, पर कदे भी किसी दा ना दिल ना दुखाओ। ते इत्थे मरदाना कहंदा नहीं भरावा मैं नहीं घट रेट करना गा, जिन्नी तेरी रेट होवेगी मैं तेनू रेट उन्ना दे के जाऊंगा, तू मैनू रबाब तां विखा। फरंदे ने रबाब अंदरों चुक के लियांदी ते मरदाने नूं पकड़ाती। मरदाना कहंदा तू रेट दीयां गल्लां बहुतियां करदा, पर रबाब तेरी वेखण नूं आम जी लगदी आ। बोल किन्ना रेट है इहदा? आही टका 2 टके 5 होणगे, बहुते बहुते 10 होणगे, मैं तां 20 रुपये लेके आया। बड़ी रकम दित्ती है बेबे नानकी ने मैनू, आम रकम नहीं दित्ती, बहुत भारी रकम दित्ती है। ते ओ रबाबां वेचण वाला फिर बोल पिया, कहंदा मैं तैनूं दोबारा पुछदा भी इहदा मुल बहुत ज्यादा, मैं इक्को ही रेट तेरे नाल करना, मैं वध घट नहीं करना, कि तूं रेट फुल लेके आए इहदे वास्ते। ਉਹ ਕਹਿੰਦਾ ਮਰਦਾਨਾ ਕਹਿੰਦਾ ਬੋਲ ਤਾਂ ਸਹੀ ਭਰਾਵਾ, ਇੰਨੇ ਕਿੰਨੇ ਕਰੇਟ ਮੰਗੇਗਾ ਤੂੰ, ਕੀ ਇਹਦਾ ਮੁੱਲ ਸੋਨਾ ਚਾਂਦੀ ਮੰਗੇਗਾ, ਹੀਰੇ ਮੰਗੇਗਾ ਤੂੰ, ਰੁਪਈਏ ਮੰਗੇਗਾ? ਰੁਪਈਏ ਮੇਰੇ ਕੋਲੇ ਬਹੁਤ ਵੱਡੀ ਰਕਮ ਆ, ਤੈਨੂੰ ਜਿੰਨੇ ਮੰਗੇਗਾ ਉਹਨੇ ਦੇ ਜੂੰਗਾ, ਗੱਲ ਖਤਮ। ਹੀਰਿਆਂ ਦਾ ਮੁੱਲ ਥੋੜੀ ਪਾਏਗਾ, ਇਹਦਾ ਰਬਾਬ ਆ, ਸਾਡਾ ਪੇਤਾ ਪੁਰਖੀ ਕਿੱਤਾ, ਮੈਂ ਰਬਾਬਾਂ ਹੀ ਵਜਾਉਣਾ, ਰਬਾਬਾਂ ਦੇ ਵਿੱਚ ਹੀ ਜੰਮਿਆ ਪਲਿਆ ਵਾ। ਤੇ ਜਦੋਂ ਇਹ ਗੱਲ ਕਹੀ ਨਾ ਮਰਦਾਨੇ ਨੇ, ਫਰੰਦਾ ਕਹਿੰਦਾ ਇਹਦਾ ਮੁੱਲ ਰੁਪਈਏ ਨਹੀਂ ਹੈ, ਇਹਦਾ ਮੁੱਲ ਹੀਰਾ। ਹੀਰਾ ਹੀਰਾ ਹੈ ਤੇਰੇ ਕੋਲੇ? ਮਰਦਾਨਾ ਕਹਿੰਦਾ ਹੀਰਾ ਲੈਣ ਵਾਲਿਆ ਭਲਾ ਮੈਨੂੰ ਦੱਸ, ਇਹਦੇ ਵਿੱਚ ਤੂੰ ਕਿਹੜਾ ਹੀਰੇ ਜੜੇ ਨੇ? ਇਸ ਰਬਾਬ ਵਿੱਚ ਤੈਂ ਕਿਹੜਾ ਹੀਰੇ ਜੜੇ ਆ? ਤੈਂ ਕਿਹੜਾ ਨਗ ਜੜੇ ਨੇ ਇਹਦੇ ਵਿੱਚ, ਸੋਨੇ ਚਾਂਦੀ ਦੇ ਆਦਿਕ ਮੂੰਗ ਵਗੈਰਾ ਦੇ? ਇਹਦੇ ਚ ਐਡੀ ਕੀ ਖਾਸੀਅਤ ਆ ਵੀ ਤੂੰ ਇਹਦਾ ਮੁੱਲ ਹੀਰਾ ਪਾਇਆ? ਤੇ ਹੁਣ ਫਰੰਦਾ ਹੱਸ ਪਿਆ। ਫਰੰਦਾ ਹੱਸ ਪਿਆ, ਕਹਿੰਦਾ ਘਬਰਾ ਨਾ ਮਰਦਾਨਿਆ, ਜੇ ਮੈਂ ਹੀਰਾ ਮੰਗਿਆ ਨਾ ਤੇ ਤੇਰੇ ਕੋਲੇ ਹੀਰਾ ਹੈਗਾ, ਤੇਰੇ ਕੋਲੇ ਹੀਰਾ ਹੈਗਾ ਤੇ ਮੈਨੂੰ ਤੋਂ ਉਹ ਹੀਰਾ ਦੇ ਜੀ ਤੇ ਰਬਾਬ ਲੈ ਜੀ। ਮਰਦਾਨਾ ਕਹਿੰਦਾ ਰਮਜਾਂ ਜੀਆਂ ਨਾ ਮਾਰ, ਗੱਲ ਖੁੱਲ ਕੇ ਦੱਸ, ਛੇਤੀ ਨਵੇੜ ਕੰਮ। ਤੇ ਹੁਣ ਇੱਥੇ ਫਰੰਦਾ ਜੀ ਕਹਿੰਦੇ ਨੇ, ਕਹਿੰਦਾ ਇਸ ਰਬਾਬ ਦਾ ਮੁੱਲ ਇੱਕੋ ਹੀ ਆ, ਹੀਰਾ। ਤੇ ਤੈਂ ਮੇਰੇ ਨਾਲ ਵਚਨ ਕਰਨਾ, ਜਾਣੀ ਕਿ ਤੈਂ ਮੈਨੂੰ ਆਪਣਾ ਨਾ ਹੀਰੇ ਵਰਗਾ ਜਨਮ ਆ ਜਿਹੜਾ, ਇਹ ਲੇਖੇ ਲਾਉਣ ਦੀ ਗੱਲ ਕਰਨੀ ਆ।
लेखे लाउण दी गल करनी आ, क्योंकि गुरबाणी विच लिखिआ ना, हर स्यों हीरा छड़ के करे आन की आस। जिथे हर स्यों हीरा छड़ के दी गल कीती ना, परमात्मा रूपी हीरा छड़ के बंदा होर ही पता नहीं किहड़े उलझ गया थावां दे विच। ते किते किते इउं भी लिखिआ, रैन गवाई सोए कै दिवस गवाया खाए, हीरे जैसा जन्म है। ਹੁਣ ਮਰਦਾਨੇ ਨੂੰ ਜਦੋਂ ਕਿਹਾ ਨਾ ਵੀ ਇਸ ਰਬਾਬ ਦਾ ਮੁੱਲ ਕੀ ਹੈ, ਇਹ ਰਬਾਬ ਦਾ ਮੁੱਲ ਇਹ ਆ ਤਾਂ ਹੀਰੇ ਵਰਗਾ ਜੀਵਨ ਆ ਨਾ ਜਿਹੜਾ, ਇਹਦੇ ਹੀਰੇ ਵਰਗੇ ਜੀਵਨ ਦੇ ਵਿੱਚੋਂ ਕੁਝ ਗੱਲਾਂ ਮੇਰੇ ਨਾਲ ਕਰਕੇ ਜਾਣੀਆਂ ਨੇ, ਆਹ ਮੁੱਲ ਹੈ ਇਹਦਾ। ਕਿਹੜੀਆਂ ਗੱਲਾਂ ਨੇ? ਭਾਈ ਫਰੰਦਾ ਕਹਿੰਦਾ ਇਹਦਾ ਮੁੱਲ ਕੋਈ ਪੈਸੇ ਨਹੀਂ, ਰੁਪਈਏ ਨਹੀਂ, ਇਹਦਾ ਮੁੱਲ ਇੱਕੋ ਹੀ ਆ, ਰਬਾਬ ਤਾਂ ਮਿਲੂ, ਇਹ ਰਬਾਬ ਨਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਤੋਂ ਬਿਨਾ, ਇਹ ਰਬਾਬ ਗੁਰੂ ਨਾਨਕ ਸਾਹਿਬ ਦੀ ਸ਼ਰਨ ਤੋਂ ਬਿਨਾ ਕਿਤੇ ਹੋਰ ਨਹੀਂ ਵੱਜਣੀ ਚਾਹੀਦੀ। ਤੇ ਤੈਨੂੰ ਇਸ ਗੱਲ ਤੇ ਪ੍ਰਣ ਕਰਨਾ ਪਵੇਗਾ, ਤੈਂ ਇਹ ਰਬਾਬ ਲੈ ਕੇ ਨਾ ਕਿਸੇ ਰਾਜੇ ਮਹਾਰਾਜੇ ਆਮ ਜਾਂ ਖਾਸ ਵਿਅਕਤੀ ਦੇ ਘਰੇ ਜਾ ਕੇ ਰਬਾਬ ਨਹੀਂ ਵਜਾਉਣੀ ਤੈਂ, ਤੇ ਤੈਨੂੰ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਇਹ ਰਬਾਬ ਵਜਾਉਣ ਦੇ ਲਈ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲੇਖੇ ਲਾਉਣੀ ਪਵੇਗੀ। ਇਹਦਾ ਮੁੱਲ ਆ, ਜੇ ਤਾਂ ਇਹ ਮੁੱਲ ਉਤਾਰੇਗਾ ਤਾਂ ਲੈ ਜਾ, ਜੇ ਨਹੀਂ ਉਤਾਰਦਾ ਤਾਂ ਇਹ ਰਬਾਬ ਤੈਨੂੰ ਨਹੀਂ ਮਿਲੇਗੀ, ਜਿਹਨੂੰ ਲੋੜ ਆ ਉਹ ਆਪੇ ਲੈ ਜਾਊਗਾ। ਤੇ ਮਰਦਾਨੇ ਨੇ ਅਗਲੀ ਗੱਲ ਪਤਾ ਕੀ ਕਹੀ ਆ? ਮਰਦਾਨਾ ਕਹਿੰਦਾ, ਉਹ ਭਲਿਆ ਤੂੰ ਕਹਿਣਾ ਵੀ ਨਾਨਕ ਦੇ ਲੇਖੇ ਸਾਰੀ ਜ਼ਿੰਦਗੀ ਤੈਨੂੰ ਲਾਉਣੀ ਪੈਣੀ ਆ, ਇਹ ਗੱਲ ਦਾ ਮੇਰੇ ਨਾਲ ਪ੍ਰਣ ਕਰ ਤਾਂ ਰਬਾਬ ਮਿਲੂਗੀ। ਇਹ ਰਬਾਬ ਗੁਰੂ ਨਾਨਕ ਦੀ ਸ਼ਰਨ 'ਚ ਵੱਜਣੀ ਚਾਹੀਦੀ ਆ, ਕਿਤੇ ਹੋਰ ਨਹੀਂ ਵੱਜਣੀ ਚਾਹੀਦੀ। ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਲੇਖੇ ਲਾਉਣ ਦੇ ਲਈ ਜ਼ਿੰਦਗੀ ਨਾ ਇਹ ਪ੍ਰਣ ਕਰ ਚੁੱਕਿਆ, ਅੱਜ ਤੋਂ ਕਈ ਸਾਲ ਪਹਿਲਾਂ ਬਚਪਨ ਦੇ ਵਿੱਚ ਹੀ। ਤੇ ਮੈਂ ਤਾਂ ਨਾ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਲੇਖਾ ਲਾਉਣ ਦੇ ਲਈ ਆਪਣੇ ਪਰਿਵਾਰ ਨੂੰ ਵੀ ਤਲਵੰਡੀ 'ਚ ਛੱਡ ਆਇਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ, ਜਿੱਥੇ ਮੇਰਾ ਮਾਲਕ ਪੈਰ ਧਰੂ ਨਾ, ਮੈਂ ਤਾਂ ਮੇਰੇ ਪਾਤਸ਼ਾਹ ਦੇ ਕਦਮਾਂ ਨੂੰ ਇੱਕ ਵਾਰੀ ਨਹੀਂ ਸੈਂਕੜੇ ਵਾਰ, ਹਜ਼ਾਰ ਵਾਰ ਰੋਜ਼ਾਨਾ ਨਮਸਕਾਰ ਕਰਦਾ। ਮੇਰਾ ਨਾਨਕ ਬਿਨਾ ਕੋਈ ਨਹੀਂ ਹੈ। ਜਦੋਂ ਆਹ ਗੱਲ ਕੀਤੀ ਨਾ, ਪ੍ਰਣ ਕੀਤਾ, ਇਹ ਰਬਾਬ ਕਦੇ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਨਹੀਂ ਵੱਜੇਗੀ। ਕਹਿਣ ਤੋਂ ਭਾਵ ਇਸ ਰਬਾਬ ਦੇ ਵਿੱਚੋਂ ਜਿਹੜੀ ਧੁਨ ਆਵਾਜ਼ ਆਊਗੀ ਨਾ, ਟਿਊਨ ਆਊਗੀ, ਉਹ ਗੁਰਬਾਣੀ ਦੀ ਕੋਈ ਆਵੇ, ਹੋਰ ਨਾ ਕੋਈ ਆਵੇ। ਆਹ ਪ੍ਰਣ ਕਰਕੇ, ਪੈਸੇ ਨਹੀਂ ਲੈਤੇ ਫਰੰਦੇ ਨੇ, ਆਹ ਪ੍ਰਣ ਕਰਕੇ ਰਬਾਬ ਭਾਈ ਫਰੰਦੇ ਤੋਂ ਪਿੰਡ ਭੈਰੋਵਾਣਾ ਨੇੜੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਰਬਾਬ ਲੈ ਆਂਦੇ। ਇੱਥੇ ਮੈਂ ਗੱਲ ਵਿੱਚੋਂ ਦੀ ਰੋਕ ਕੇ ਹੋਰ ਕਵਾਂਗਾ, ਇਹਦੇ ਵਿੱਚ ਨਾ ਜਿਵੇਂ ਉਹ ਸਿਆਣੇ ਕਹਿੰਦੇ ਹੁੰਦੇ ਨੇ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਆ। ਕਸੂਰ ਇੱਕ ਦਾ ਨਹੀਂ, ਕਸੂਰ ਦੋਵੇਂ ਤਰ੍ਹਾਂ ਦਾ ਹੀ ਹੁੰਦਾ ਗਾ। ਕੋਈ ਸਮਝ ਜਾਂਦਾ ਤੇ ਕੋਈ ਇਸ ਗੱਲ ਨੂੰ ਨਹੀਂ ਸਮਝਦਾ। ਸਿਆਣੇ ਪੁਰਖ ਇਹਨਾਂ ਗੱਲਾਂ ਤੇ ਖੋਜ ਕਰਦੇ ਨੇ। ਇੱਕ ਹੱਥ ਦਾ ਕਸੂਰ ਨਹੀਂ, ਕਸੂਰ ਦੋਵੇਂ ਤਰ੍ਹਾਂ ਦਾ ਗਾ। ਕਿਹੜਾ ਕਸੂਰ? ਨੰਬਰ 1 ਤੇ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਵੱਜਣ ਵਾਲੇ ਸਾਜ਼ ਦੁੱਖਾ ਬਿਰਲਿਆਂ ਨੂੰ ਛੱਡ ਕੇ, ਵਿੱਚੋਂ ਕੁਝ ਆਪਾਂ ਮਿਹਨਤ ਕਰ ਲਵਾਂਗੇ, ਵਿਰਲਿਆਂ ਨੂੰ ਛੱਡ ਕੇ ਸਾਜ਼ਾਂ ਵਿੱਚੋਂ ਨਾ ਜਿਹੜੀਆਂ ਆਵਾਜ਼ਾਂ ਨੇ ਉਹ ਗੰਦੇ ਗੀਤਾਂ ਦੀਆਂ ਆਉਂਦੀਆਂ ਨੇ ਤੇ ਪੜ੍ਹੀ ਗੁਰਬਾਣੀ ਜਾਂਦੀ ਹੁੰਦੀ ਆ। ਸੋਚ ਕੇ ਦੇਖੋ। ਤੇ ਫਰੰਦੇ ਨੇ ਰਬਾਬ ਨਾ ਬਾਬੇ ਮਰਦਾਨੇ ਨੂੰ ਇਉਂ ਦਿੱਤੀ ਸੀ, ਇਸ ਰਬਾਬ ਦੇ ਵਿੱਚੋਂ ਬਾਣੀ ਦੀ ਟਿਊਨ ਆਉਣੀ ਚਾਹੀਦੀ ਆ। ਕਿਸੇ ਰਾਜੇ ਮਹਾਰਾਜੇ ਨੂੰ ਖੁਸ਼ ਕਰਨ ਦੇ ਲਈ ਇਹਦੇ ਵਿੱਚੋਂ ਕਿਸੇ ਗੀਤ ਕਵਿਤਾ ਦੀ ਟਿਊਨ ਨਾ ਆਵੇ, ਕਵਿਤਾ ਦੀ ਕਿਸੇ ਗੀਤ ਦੀ ਆਵਾਜ਼ ਨਾ ਆਵੇ। ਤੇ ਮਰਦਾਨੇ ਨੇ ਉਹ ਬਿਲਕੁਲ ਸਾਰੀ ਉਮਰ ਪ੍ਰਣ ਪਗਾਇਆ। ਰਬਾਬ ਦੇ ਵਿੱਚੋਂ ਕਦੇ ਗੰਦੇ ਲਫ਼ਜ਼ਾਂ ਦੀ ਧੁਨ ਨਹੀਂ ਆਈ। ਠੀਕ ਹੈ ਨਾ। ਤੇ ਅੱਜ ਅਫਸੋਸ ਆ, ਸਾਡੇ ਬਿਰਲੇ ਭਰਾਵਾਂ ਨੂੰ ਛੱਡ ਕੇ ਨਾ ਬਹੁਤਿਆਂ ਦਾ ਅਜਿਹਾ ਸੁਭਾਅ ਬਣ ਗਿਆ, ਜਿੰਨਾ ਟਾਈਮ ਉਹ ਗਾਣਿਆਂ ਦੀਆਂ ਟਿਊਨਾਂ ਨਾ ਲਾਉਣ, ਉਨਾ ਟਾਈਮ ਨਾ ਤਾਂ ਉਹ ਸਾਨੂੰ ਪਸੰਦ ਆਉਂਦੇ ਨੇ
ਤੇ ਨਾ ਹੀ ਉਹਨਾਂ ਨੂੰ ਅਸੀਂ ਪਸੰਦ ਆਉਨੇ ਆ। ਵਾਹਿਗੁਰੂ ਭਲਾ ਕਰੇ, ਇੱਥੇ ਕਸੂਰ ਸਾਡਾ ਵੀ ਆ। ਕਈ ਵਾਰ ਅਸੀਂ ਵੀ ਕਹਿ ਦਿੰਦੇ ਆ, ਸਾਨੂੰ ਤਾਂ ਨਾ ਵਾਹਵਾ ਖੜਕਾ ਦੜਕਾ ਜਿਹਾ ਕਰਨ ਵਾਲੇ ਰਾਗੀ ਢਾਡੀ ਚਾਹੀਦੇ ਨੇ। ਖੜਕੇ ਦੜਕੇ ਤੋਂ ਭਾਵ ਸਮਝ ਗਏ ਨਾ, ਵੀ ਜਿਹੜੀਆਂ ਸਾਡੇ ਟਰੈਕਟਰ ਤੇ ਗੱਲਾਂ ਚੱਲਦੀਆਂ ਨੇ, ਗਾਣੇ ਚੱਲਦੇ ਨੇ, ਉਹਨਾਂ ਗਾਣਿਆਂ ਦੇ ਮੁਤਾਬਕ ਪੜ੍ਹਨ ਗੁਰਬਾਣੀ ਤੇ ਟਿਊਨਾਂ ਗਾਣਿਆਂ ਦੇ ਮੁਤਾਬਕ ਚਲਾਉਣ, ਸਾਨੂੰ ਤਾਂ ਉਹ ਚਾਹੀਦੇ ਨੇ। ਪਰ ਅਫਸੋਸ ਆ ਭਾਈ ਫਰੰਦੇ ਨੇ ਨਾ, ਇੱਕ ਆਮ ਕਾਰੀਗਰ ਨੇ ਇੱਕ ਪ੍ਰਣ ਕੀਤਾ ਸੀ, ਇਹਦੇ ਵਿੱਚੋਂ ਨਾ ਕੋਈ ਗੰਦੇ ਗੀਤ ਦੀ ਟਿਊਨ ਨਹੀਂ ਹੋਣੀ ਚਾਹੀਦੀ। ਸਾਰੀ ਉਮਰ ਰੱਬ ਦੀ ਬਾਣੀ ਗਾਈ, ਇਹ ਰਬਾਬ ਨਾਲ, ਰਬਾਬ ਲੈ ਜਾ, ਰਬਾਬ ਦਾ ਪੈਸਾ ਕੋਈ ਨਹੀਂ, ਪ੍ਰਣ ਆ ਕਰਕੇ ਜਾ, ਤੇ ਤੈਂ ਆਪਣੀ ਸਾਰੀ ਜ਼ਿੰਦਗੀ ਬਾਬੇ ਨਾਨਕ ਦੇ ਲੇਖੇ ਲਾਉਣੀ ਆ, ਪਾਸੇ ਨਹੀਂ ਜਾਣਾ, ਤੈਂ ਕਿਸੇ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਨਹੀਂ ਜਾਣਾਗਾ। ਤੇ ਸੱਚ ਜਾਣਿਓ, ਬਾਬੇ ਮਰਦਾਨੇ ਜੀ ਨੂੰ ਨਾ ਦੁਨੀਆ ਦੇ ਵਿੱਚ ਇੱਕ ਨਹੀਂ, ਬੜੇ ਵੱਡੇ ਵੱਡੇ ਅਮੀਰ ਵਿਅਕਤੀ ਮਿਲੇ, ਪਰ ਮਰਦਾਨੇ ਨੇ ਕਦੇ ਵੀ ਕਿਸੇ ਨਾਲ ਆਪਣੇ ਅੰਦਰ ਦੀ ਗੱਲ ਨਹੀਂ ਸਾਂਝੀ ਕੀਤੀ। ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਮੁੱਖ ਰੱਖਿਆ, ਕਿਸੇ ਦੀ ਸਿਆਣ ਨਹੀਂ ਕੱਢੀ। ਉਸ ਟਾਈਮ ਤੇ ਮੁਖੀਏ ਕੌਣ ਸਨ, ਆਪਾਂ ਨੂੰ ਪਤਾ ਨਾ। ਬਾਣੀ ਵਿੱਚ ਪਾਤਸ਼ਾਹ ਨੇ ਕੱਲੀ ਕੱਲੀ ਗੱਲ ਲਿਖੀ ਆ। ਪਾਤਸ਼ਾਹ ਨੇ 3 ਜਣਿਆਂ ਦਾ ਜ਼ਿਕਰ ਕੀਤਾਗਾ। ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਬਾਬੇ ਨਾਨਕ ਦਾ ਧਨਾਸੀ ਰਾਗ ਦੇ ਵਿੱਚ ਸ਼ਬਦ ਆ। ਇਹ 3 ਕਿਸਮ ਦੇ ਲੋਕ ਦੁਨੀਆ ਦੀ ਅਗਵਾਈ ਕਰਦੇ ਸੀ ਉਹਨਾਂ ਟਾਈਮਾਂ 'ਚ। ਇੱਕ ਤਾਂ ਕਾਦੀ ਕੂੜ ਬੋਲ ਮਲ ਖਾਏ, ਇਹ ਵੀ ਵਿਚਾਰਾ ਗੰਦਗੀ ਖਾਂਦਾ, ਲੋਕਾਂ ਨੂੰ ਗੁੰਮਰਾਹ ਕਰਦਾ, ਝੂਠ ਬੋਲ ਕੇ ਦੁਨੀਆ ਨੂੰ ਲੁੱਟਦਾ। ਬ੍ਰਾਹਮਣ ਨਹਾਵੈ ਜੀਆਂ ਘਾਏ, ਤੇ ਅੱਗੇ ਬ੍ਰਾਹਮਣ ਨੇ ਲੋਕਾਂ ਨੂੰ ਡਰਾ ਕੇ ਲੁੱਟਣਾ ਸ਼ੁਰੂ ਕਰਤਾ, ਆ ਕਰੋਗੇ ਪਾਪ, ਆ ਕਰੋਗੇ ਪੁੰਨ। ਠੀਕ ਆ ਨਾ। ਹੁਣ ਅੱਗੇ ਕੀ ਆ, ਅੱਗੇ ਆ ਗਿਆ ਜੋਗੀ, ਤੇ ਜੋਗੀਆਂ ਦਾ ਪ੍ਰਭਾਵ ਬਹੁਤ ਹੈਗਾ। ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਉਹ ਜੁੜੇ ਤਾਂ ਨਹੀਂ, ਪਰ ਉਹਨਾਂ ਨੇ ਸਾਨੂੰ ਲੁੱਟਿਆ ਬਹੁਤ ਆ। ਫਿਰ ਪਾਤਸ਼ਾਹ ਨੇ ਕੀ ਕਿਹਾਗਾ, ਜੋਗੀ ਜੁਗਤ ਨਾ ਜਾਣੇ ਅੰਧ, ਉਹ ਅੰਨਾ ਹੋਇਆ ਪਿਆ, ਉਹਨੂੰ ਪਤਾ ਹੀ ਨਹੀਂ ਵੀ ਮਾਲਕ ਪਰਮੇਸ਼ਰ ਪਰਮਾਤਮਾ ਨਾਲ ਕਿਵੇਂ ਜੁੜੀਦਾਗਾ। ਚਲੋ, ਕਹਿਣ ਤੋਂ ਭਾਵ ਮਰਦਾਨਾ ਜੀ ਬੜੇ ਲੋਕਾਂ ਨੂੰ ਮਿਲੇ, ਪਰ ਕਿਤੇ ਵੀ ਡੋਲੇ ਨਹੀਂ। ਰਬਾਬ ਲੈ ਕੇ ਮਰਦਾਨਾ ਘਰ ਪਹੁੰਚ ਗਿਆ। ਘਰ ਦੇ ਵਿੱਚ ਇਕੱਠ ਹੋਇਆ ਪਿਆ, ਕਿਉਂਕਿ ਗੁਰੂ ਨਾਨਕ ਸਾਹਿਬ 3 ਦਿਨ ਅਲੋਪ ਰਹੇ ਆ ਨਾ, ਉਹ ਇਕੱਠ ਅਜੇ ਹੈ। ਤੇ ਗੁਰੂ ਨਾਨਕ ਸਾਹਿਬ ਨੇ ਅੱਜ 3 ਦਿਨ ਅਲੋਪ ਹੋਣ ਤੋਂ ਬਾਅਦ ਫੈਸਲਾ ਘਰੋਂ ਤੁਰਨ ਦਾ ਕਰ ਲਿਆ। ਹੁਣ ਕੁਦਰਤੀ ਗੱਲ ਆ, ਕਿਸੇ ਦਾ 34-35 ਸਾਲ ਦਾ ਪੁੱਤ ਵਿਆਹਿਆ ਵਰਿਆ ਬੱਚਿਆਂ ਵਾਲਾ ਘਰ ਛੱਡ ਕੇ ਜਾਵੇ। ਆਮ ਤੌਰ ਤੇ ਆਪਾਂ ਵੇਖਦੇ ਅੱਜ ਕੈਨੇਡਾ ਅਮਰੀਕਾ ਆਪਣੇ ਬੱਚੇ ਬੱਚੀਆਂ ਜਾਂਦੇ ਆ ਤੇ ਲੋਕ ਭੁੱਬਾਂ ਮਾਰ ਰੋਂਦੇ ਨੇ, ਰੋਂਦੇ ਆ ਨਾ। ਤੇ ਹੁਣ ਗੁਰੂ ਨਾਨਕ ਸਾਹਿਬ ਵੀ ਗ੍ਰਸਤੀ ਪਰਿਵਾਰ ਦੇ ਵਿੱਚ ਆ, ਪਰਿਵਾਰ ਇਕੱਠਾ ਹੋਇਆ ਪਿਆਗਾ। ਤੇ ਹੁਣ ਬਾਬੇ ਨਾਨਕ ਦੇ ਬਾਪ ਨੂੰ ਇਸ ਗੱਲ ਦਾ ਥੋੜਾ ਜਿਹਾ ਫਿਕਰ, ਦੁੱਖ ਆ। ਇਦੋਂ ਪਹਿਲਾਂ ਆਪਾਂ ਸੁਣਿਆ ਨਾ, ਬਾਬੇ ਨਾਨਕ ਨੂੰ ਅੱਜ ਪਹਿਲੀ ਵਾਰ ਮਹਿਤਾ ਕਾਲੂ ਨੇ ਹੱਥ ਖੋਲ ਕੇ ਨਾ ਗਲ ਬੱਕੜੀ ਪਾ ਕੇ ਕਿਹਾ ਸੀ। ਕੀ ਕਿਹਾ ਸੀ? ਮੈਨੂੰ ਅੱਜ ਪਤਾ ਲੱਗਿਆ ਵੀ ਤੇਰੀ ਦੁਨੀਆ ਦੇ ਵਿੱਚ ਸੋਭਾ ਕਿੰਨੀ ਕੁ। ਇਦੋਂ ਪਹਿਲਾਂ ਤਾਂ ਮੈਂ ਤੈਨੂੰ ਨਾ ਕੁੱਟਦਾ ਮਾਰਦੇ ਰਿਹਾ। ਇੱਥੇ ਫੇਰ ਦੁੱਖ ਖੜਾ ਹੋ ਗਿਆ। ਹੁਣ ਗੁਰੂ ਨਾਨਕ ਸਾਹਿਬ ਨੇ ਚਾਲੇ ਪਾਉਣੇ, ਘਰੋਂ ਜਾਣਾਗਾ, ਹੈ ਕਰਦੀ ਫਿਰੈ ਲੁਕਾਈ, ਚੜਿਆ ਸੋਧਣ ਧਰਤ ਲੁਕਾਈ, ਦੁਨੀਆ ਦਾ ਸੁਧਾਰ ਕਰਨ ਵਾਸਤੇ। ਹੁਣ ਇੱਥੇ ਚੇਤਾ ਰੱਖਿਓ, ਸਭ ਤੋਂ ਪਹਿਲਾਂ ਮਾਤਾ ਸੁਲੱਖਣੀ ਨੇੜੇ ਹੋਈ। ਮਾਤਾ ਸੁਲੱਖਣੀ ਤੇ ਬਾਬੇ ਨਾਨਕ ਨੂੰ ਆ ਕੇ ਕਹਿੰਦੀ, ਦੇਖ ਲਾ ਤੇਰੇ 2 ਬੱਚੇ ਨੇ, ਮੇਰੇ ਬੰਨੀ ਵੀ ਨਿਗਾਹ ਮਾਰ। ਕਿਉਂ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ? ਥੋੜੀ ਜਿਹੀ ਨਿਗਾਹ ਮਾਰ। ਕਵੀ ਸੰਤੋਖ ਸਿੰਘ ਲਿਖਦੇ ਨੇ, ਕਹਿੰਦੇ ਬਾਬੇ ਨਾਨਕ ਨੇ ਸੁਲੱਖਣੀ ਨੂੰ ਜਵਾਬ ਦਿੱਤਾ, ਭਾਵੇਂ ਤੇਰੇ 2 ਨੇ, ਪਰ ਮੇਰੇ ਲੱਖਾਂ ਹੀ ਨੇ ਜਿਹੜੇ ਮੈਨੂੰ ਉਡੀਕ ਰਹੇ ਨੇ। ਤੇਰੇ ਭਾਵੇਂ 2 ਨੇ, ਪਰ ਇਹਨਾਂ ਦੋਵਾਂ ਨੂੰ ਮੈਨੂੰ ਛੱਡ ਕੇ ਅਨੇਕਾਂ ਲੋਕਾਂ ਦੇ ਦੁੱਖੜੇ ਸੁਣਨ ਦੇ ਲਈ ਜਾਣਾ ਪੈਣਾ। ਮੈਨੂੰ ਸੁਲੱਖਣੀ ਰੋਕ ਨਾ, ਮੇਰਾ ਮਿਸ਼ਨ ਆ, ਇਹ ਮੇਰਾ ਟਾਰਗੇਟ ਆ। ਤੇ ਅੱਗੇ ਮਾਤਾ ਨੇੜੇ ਹੁੰਦੀ ਆ, ਜਾਣੀ ਕਿ ਸੰਖੇਪ ਆ ਕਹੀਏ, ਸੱਸ ਮਾਂ ਵੀ ਨੇੜੇ ਹੋਈ ਹੈ। ਚੰਦੋ ਰਾਣੀ, ਪੁੱਤ ਦੇਖ ਲਾ, ਮੈਂ ਤੇਰੇ ਨਾਲ ਨਾ ਧੀ ਇਉਂ ਨਹੀਂ ਸੀ ਵਿਆਹੀ ਵੀ ਮੇਰੀ ਧੀ ਨੂੰ ਛੱਡ ਕੇ ਤੂੰ ਬਾਹਰ ਵਗ ਜੀ ਨਾ, ਤੂੰ ਘਰ ਵਿੱਚ ਰਹਿ ਤੇ ਕਮਾਈ ਕਰ। ਦੇਖ ਤੇਰਾ ਸਹੁਰਾ ਵੀ ਪਟਵਾਰੀ, ਤੇਰਾ ਪਿਓ ਵੀ ਪਟਵਾਰੀ, ਨਹੀਂ ਕੰਮ ਕਰਨਾ ਨਾ ਘਰੇ ਬਹਿ ਕੇ ਖਾਲਾ, ਕੋਈ ਨਾ ਤੂੰ ਨਾ ਜਾ। ਤੇ ਬਾਬੇ ਨਾਨਕ ਨੇ ਸਾਰਿਆਂ ਨੂੰ ਇੱਕੋ ਹੀ ਜਵਾਬ ਦਿੱਤਾ। ਆਖਰਕਾਰ
ਗੁਰੂ ਨਾਨਕ ਸਾਹਿਬ ਦਾ ਪਿਤਾ ਮਹਿਤਾ ਕਾਲੂ ਆਪ ਤਾਂ ਨਹੀਂ ਕੁਛ ਬੋਲਿਆ, ਤੇ ਆਪਣੀ ਪਤਨੀ ਨੂੰ ਜਾਣੀ ਕਿ ਮਾਤਾ ਤ੍ਰਿਪਤਾ ਦੇਵੀ ਨੂੰ ਕੀ ਕਹਿੰਦਾ, ਕਹਿੰਦਾ ਮੇਰੀ ਗੱਲ ਸੁਣ, ਨਾਨਕ ਨੂੰ ਇੱਕ ਗੱਲ ਤਾਂ ਕਹਿ ਨਾ। ਵੇਖੋ ਮੈਂ ਰੋਕਦਾ ਨਹੀਂ ਗੁਰੂ ਨਾਨਕ ਸਾਹਿਬ ਨੂੰ, ਮੈਨੂੰ ਪਤਾ ਲੱਗ ਗਿਆ ਮੇਰੇ ਪੁੱਤ ਦੀ ਬੜੀ ਸੋਭਾ ਬੜੀ ਵਡਿਆਈ ਆ, ਪਰ ਇੱਕ ਗੱਲ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿ ਦੇ ਨਾ। ਕਿਹੜੀ ਗੱਲ? ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਕਹਿ ਦੇ ਵੀ ਹਰ ਇੱਕ ਮਾਂ ਬਾਪ ਦੀ ਨਾ ਇੱਛਾ ਹੁੰਦੀ ਆ, ਪੁੱਤ ਕਿਤੇ ਨਾ ਤੂੰ ਸਾਨੂੰ ਭੁੱਲ ਨਾ ਜਾਵੀਂ, ਅਸੀਂ ਤੇਰੇ ਮਾਪੇ ਆ, ਸਾਨੂੰ ਕਿਤੇ ਵਿਸਾਰ ਨਾ ਦੇਵੀਂ। ਤੇ ਉਹ ਕਿਹੜੀ ਇੱਛਾ ਹੁੰਦੀ ਆ ਵੀ ਅੰਤ ਸਮੇਂ ਜਦੋਂ ਮੈਂ ਸਰੀਰ ਛੱਡ ਗਿਆ, ਕਿਉਂਕਿ ਬੁੜਾ ਹੋ ਚੁੱਕਿਆ ਮੈਂ, ਹੁਣ ਗੁਰੂ ਨਾਨਕ ਸਾਹਿਬ 35-40 ਸਾਲ ਦੇ ਹੋ ਚੁੱਕੇ ਨੇ, ਮੈਂ ਬਜ਼ੁਰਗ ਹੋ ਚੁੱਕਿਆਂਗਾ, ਤੇ ਅੰਤ ਸਮੇਂ ਜਦੋਂ ਮੈਂ ਸਰੀਰ ਛੱਡ ਜਾਵਾਂਗਾ ਤੇ ਮੇਰੀ ਅਰਥੀ ਨੂੰ ਮੋਢਾ ਨਾ ਮੇਰਾ ਪੁੱਤ ਦੇਵੇ। ਮੇਰੀ ਇਹ ਭਾਵਨਾ ਵੀ ਘਰ ਤੂੰ ਵਾਪਸ ਆ ਜੀ। ਇਹ ਬਾਅਦ ਵਿੱਚ ਆਪਾਂ ਇਤਿਹਾਸ ਪੜਾਂਗੇ। ਗੁਰੂ ਨਾਨਕ ਸਾਹਿਬ ਨੇ ਇਹ ਪ੍ਰਣ ਪੂਰਾ ਕੀਤਾ ਸੀ ਕਿ ਹਾਂ ਮੈਂ ਜ਼ਰੂਰ ਆਊਂਗਾ, ਜ਼ਰੂਰ ਆਊਂ ਜਦੋਂ ਅਰਥੀ ਨੂੰ ਮੋਢਾ ਦੇਣਾ ਹੋਇਆ। ਤੇ ਕੋਲ ਖੜਾ ਸੀ ਰਾਏ ਬੁਲਾਰ ਦੌਲਤ ਖਾਂ ਵਰਗੇ। ਇਹ ਰਾਏ ਬੁਲਾਰ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ, ਬਜ਼ੁਰਗ ਹੋ ਚੁੱਕਿਆ ਹੁਣ ਤਾਂ। ਇਹਨੇ ਵੀ ਇਹੀ ਗੱਲ ਕਹੀ, ਤੇ ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ, ਤੇਰਾ ਮੇਰਾ ਪੁੱਤ ਬੜਾ ਪਿਆਰ ਆ, ਤੇਰੇ ਬਾਪ ਨੇ ਬਚਪਨ ਵਿੱਚ ਤੇਰੀ ਪਰਖ ਨਹੀਂ ਸੀ ਕੀਤੀ। ਅੱਜ ਤੁਰਦਾ ਨਾ ਪਾਤਸ਼ਾਹ ਘਰੋਂ ਮਿਸ਼ਨ ਬਣਾਇਆਗਾ ਪ੍ਰਚਾਰ ਕਰਨ ਦਾ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ ਜਾਂ ਪ੍ਰਚਾਰ ਦੀ ਰੀਤ ਚਲਾਈ। ਤੇ ਹੁਣ ਰਾਏ ਬੁਲਾਰ ਕੀ ਕਹਿੰਦਾ? ਰਾਏ ਬੁਲਾਰ ਕਹਿੰਦਾ ਪੁੱਤ ਦੇਖ, ਤੇਰਾ ਮੇਰਾ ਬੜਾ ਪਿਆਰ ਸੀ, ਪਰ ਮੇਰੀ ਵੀ ਅੰਤਲੀ ਇੱਕ ਭਾਵਨਾ ਹੈਗੀ ਆ ਨਾ, ਮੇਰੀ ਭਾਵਨਾ ਪੂਰੀ ਕਰੇਗਾ ਨਾ? ਗੁਰੂ ਨਾਨਕ ਪਾਤਸ਼ਾਹ ਨੇ ਹਾਂ 'ਚ ਸਿਰ ਹਿਲਾਇਆ। ਰਾਏ ਬੁਲਾਰ ਜੀ ਤੁਸੀਂ ਦੱਸੋ ਤਾਂ ਸਹੀ, ਤੁਹਾਡੀ ਕੀ ਭਾਵਨਾ? ਤੁਹਾਡੀ ਹਰ ਭਾਵਨਾ ਪੂਰੀ ਕੀਤੀ ਜਾਵੇਗੀ। ਤੇ ਰਾਏ ਬੁਲਾਰ ਨੇ ਹੱਥ ਬੰਨ੍ਹ ਕੇ ਨਾ ਇੱਕ ਬੇਨਤੀ ਕੀਤੀ ਸੀ, ਕਹਿੰਦਾ ਮੇਰੀ ਇੱਕੋ ਹੀ ਭਾਵਨਾ, ਜਿੱਦੇ ਮੈਂ ਆਪਣਾ ਸਰੀਰ ਛੱਡਾਂਗਾ ਨਾ, ਮੇਰਾ ਸਿਰ ਤੇਰੀ ਬੁੱਕਲ 'ਚ ਹੋਵੇ, ਤੇਰੀ ਗੋਦੀ 'ਚ ਹੋਵੇ, ਮੇਰੀ ਆਹ ਭਾਵਨਾ। ਤੇ ਇਹ ਬਾਅਦ ਦਾ ਇਤਿਹਾਸ ਹੈ। ਇੱਥੇ ਆਪਾਂ ਹੁਣ ਗੱਲਾਂ ਜਿਹੜੀਆਂ ਚੱਲਦੀਆਂ ਉਹ ਸੁਣੀਆਂ ਇੱਥੇ ਆਪਾਂ। ਤੇ ਗੁਰੂ ਨਾਨਕ ਸਾਹਿਬ ਨੇ ਹਾਂ ਦੇ ਵਿੱਚ ਸਿਰ ਹਿਲਾਇਆ, ਸਤ ਵਚਨ ਤੇਰੀ ਭਾਵਨਾ ਜ਼ਰੂਰ ਪੂਰੀ ਹੋਵੇਗੀ। ਜਾਣੀ ਕਿ ਇੱਥੋਂ ਕਹਿਣ ਤੋਂ ਭਾਵ ਇਹ ਸਿੱਧ ਹੁੰਦਾ ਵੀ ਬਾਬਾ ਨਾਨਕ ਹਰ ਇੱਕ ਦੀ ਭਾਵਨਾ ਪੂਰੀ ਕਰਦਾ, ਬਸ ਗੱਲ ਖਤਮ। ਪਰ ਜਿਹੜੇ ਬੋਲ ਉਹਦੇ ਅੱਗੇ ਉਚਾਰਨ ਕੀਤੇ ਗਏ, ਉਹ ਡਾਢੇ ਅੱਗੇ ਪਰਮਾਤਮਾ ਅੱਗੇ ਬੋਲੇ ਗਏ, ਪਰ ਉਹ ਬੋਲ ਨਾ ਦਿਲ ਦੇ ਵਿੱਚੋਂ ਨਿਕਲੇ। ਹੁਣ ਇੰਨਾ ਕੁ ਜ਼ਰੂਰ ਸਾਡਾ ਧਿਆਨ ਇਸ ਗੱਲ ਤੇ ਹੋਵੇ, ਉਹ ਜ਼ੁਬਾਨ ਦੇ ਬੋਲ ਨਾ ਹੋਣ। ਕਿਸੇ ਕਵੀ ਨੇ ਬੜਾ ਵਧੀਆ ਲਿਖਿਆ, ਕਹਿੰਦੇ ਦਿਲ ਦੇ ਬੋਲ ਪਰਮਾਤਮਾ ਤੱਕ ਪਹੁੰਚ ਜਾਂਦੇ ਨੇ, ਜਾਣੀ ਕਿ ਦਿਲ ਦੀ ਗੱਲ ਨਾ ਰੱਬ ਤੱਕ ਪਹੁੰਚ ਜਾਂਦੀ ਆ। ਪਰ ਜ਼ੁਬਾਨ ਚੋਂ ਨਿਕਲੇ ਹੋਏ ਬੋਲ 7, 10, 15, 20 ਫੁੱਟ ਦੀ ਉਚਾਈ ਤੇ ਹੋ ਸਕਦੀ ਆ, ਪਰ 7 ਤੱਕ ਵੀ ਨਹੀਂ ਪਹੁੰਚਦੇ। ਜ਼ੁਬਾਨ ਚੋਂ ਨਿਕਲੇ ਬੋਲ ਨਾ 7 ਤੱਕ ਨਹੀਂ ਪਹੁੰਚਦੇ, ਪਰ ਦਿਲ ਚੋਂ ਨਿਕਲੇ ਬੋਲ ਉਹ ਰੱਬ ਤੱਕ, ਪਰਮਾਤਮਾ ਤੱਕ ਪਹੁੰਚ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਤੋਂ ਵਿਦਾਇਗੀ ਮੰਗੀ, ਤੇ ਇੱਥੋਂ ਹੁਣ ਪਾਤਸ਼ਾਹ ਨੇ ਸੱਚ ਦਾ ਪ੍ਰਚਾਰ ਕਰਨ ਦੇ ਲਈ ਚਾਲੇ ਪਾ ਦਿੱਤੇ। ਸੁਲਤਾਨਪੁਰ ਤੋਂ ਚੱਲ ਕੇ ਪਾਤਸ਼ਾਹ ਜੀ ਨੇ ਪੜਾਅ ਪਹਿਲਾ ਕਿੱਥੇ ਕੀਤਾ? ਆਪ ਜੀ ਨੂੰ ਪਤਾ ਹੈ, ਦੁਨੀ ਚੰਦ ਸੇਠ ਦੇ ਦਰ ਅੱਗੇ। ਇਹ ਇੱਕ ਲਾਹੌਰ ਦਾ ਨਾ ਬਹੁਤ ਵੱਡਾ ਤਕੜਾ ਵਿਅਕਤੀ ਆ, ਅਮੀਰ ਵਿਅਕਤੀ ਆ, ਇਹਦਾ ਬੋਲਬਾਲਾ। ਹੁਣ ਗੁਰੂ ਨਾਨਕ ਪਾਤਸ਼ਾਹ ਦੁਨੀ ਚੰਦ ਦੇ ਦਰਵਾਜ਼ੇ ਤੇ ਜਾ ਕੇ ਬੈਠ ਗਏ, ਜਾਣੀ ਕਿ ਬਾਰ 'ਚ ਜਾ ਕੇ ਬੈਠ ਗਏ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਉੱਥੇ ਜਾ ਕੇ ਬੈਠੇ ਆ ਨਾ, ਤੇ ਸੱਚ ਦੀ ਆਵਾਜ਼ ਦਿੱਤੀ, ਗੁਰਬਾਣੀ ਗਾਇਨ ਕੀਤੀ, ਸਿੜ ਮਰਦਾਨਿਆਂ ਰਬਾਬ ਬਾਣੀ ਆਈ ਆ। ਜਦੋਂ ਇਹ ਆਵਾਜ਼ ਦਿੱਤੀ ਆ, ਮਰਦਾਨੇ ਨੇ ਪਿਆਰ ਵਿੱਚ ਭਿੱਜ ਕੇ ਰਬਾਬ ਵਜਾਈ, ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਗਾਇਨ ਕੀਤਾ। ਲੋਕਾਂ ਦਾ ਝੁਕਾਅ ਪਾਤਸ਼ਾਹ ਵੱਲ ਹੋ ਗਿਆ। ਬੜੇ ਲੋਕ ਨੇ ਜਿਹੜੇ ਇਕੱਠੇ ਹੋ ਕੇ ਨਾ ਗੁਰੂ ਨਾਨਕ ਸਾਹਿਬ ਦੀਆਂ ਮਿੱਠੀਆਂ ਮਿੱਠੀਆਂ ਬਾਤਾਂ ਗੱਲਾਂ ਸੁਣਨ ਦੇ ਲਈ ਪਹੁੰਚ ਗਏ। ਏਡਾ ਵੱਡਾ ਇਕੱਠ ਵੇਖ ਕੇ ਵੀ ਮੇਰੇ ਦਰ ਅੱਗੇ ਮੇਰੀ ਪਰਮਿਸ਼ਨ ਲੈਣ ਤੋਂ ਬਿਨਾਂ, ਇੱਕ ਗੱਲ ਮੈਨੂੰ ਹੋਰ ਕਹਿਣੀ ਪਊ, ਇੱਥੇ ਰੁਕਿਆ ਨਹੀਂ ਜਾਂਦਾ। ਕਈ ਵਾਰ ਨਾ ਪਿੰਡ ਦੇ ਮੋਹਤਬਾਰ ਬੰਦਿਆਂ ਨੂੰ
ਪਰਮਿਸ਼ਨ ਦੇਣ ਦਾ ਵੀ ਹੰਕਾਰ ਹੋ ਜਾਂਦਾ ਵੀ ਜਿਹੜਾ ਕੰਮ ਕਰਨਾ ਨਾ ਮੈਨੂੰ ਪੁੱਛ ਕੇ ਕਰਿਓ ਤੇ ਮੇਰੇ ਪੁੱਛੇ ਬਿਨਾਂ ਨਾ ਕਰਿਓ। ਤੇ ਦੇਖੋ ਇੱਕ ਗੱਲ ਸੱਚੀ ਜਾਣਿਓ, ਠੀਕ ਹੈ ਇੱਕ ਭਰਪੇ ਤੌਰ ਤੇ ਕੁਝ ਹੋ ਸਕਦਾ, ਪਰ ਬਾਬੇ ਨਾਨਕ ਦਾ ਮਿਸ਼ਨ ਆ। ਬਾਬੇ ਨਾਨਕ ਨੇ ਜਿੱਥੇ ਜਾ ਕੇ ਕੰਮ ਸ਼ੁਰੂ ਕੀਤਾ, ਕਾਰਜ ਸ਼ੁਰੂ ਕੀਤਾ, ਕਹਿੰਦੇ ਕਹਾਉਂਦੇ ਉਸ ਇਲਾਕੇ ਦੇ ਵੱਡੇ ਤੋਂ ਵੱਡੇ, ਅਮੀਰ ਤੋਂ ਅਮੀਰ ਵਿਅਕਤੀ ਜਿੰਨੇ ਵੀ ਸੀ ਨਾ, ਕਿਸੇ ਤੋਂ ਪਰਮਿਸ਼ਨ ਨਹੀਂ ਲੈਤੀ ਵੀ ਅਸੀਂ ਸੱਚ ਦਾ ਹੋਕਾ ਮਾਰਨਾ। ਅੱਜ ਤਾਂ ਨਾ ਕੋਈ ਕਿੱਦਾਂ ਦਾ ਧਾਰਮਿਕ ਕਾਰਜ ਕਰਨਾ, ਲੋਕਾਂ ਦਾ ਲੋਕ ਭਲਾਈ ਕਾਰਜ ਕਰਨਾ, ਉਹਦੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ, ਪੁੱਛਣਾ ਪੈਂਦਾ ਵੀ ਅਸੀਂ ਕਰ ਲਈਏ ਕਿ ਨਾ ਕਰੀਏ। ਅੱਛਾ, ਪਰ ਪਰਮਿਸ਼ਨਾਂ ਦੇਣ ਵਾਲਿਆਂ ਦਾ ਸੁਭਾਅ ਕਿਹੋ ਜਿਹਾ? ਮਾੜੇ ਕੰਮਾਂ ਦੀਆਂ ਪਰਮਿਸ਼ਨਾਂ ਮਿਲ ਜਾਂਦੀਆਂ ਤੇ ਚੰਗੇ ਕੰਮ ਦੀ ਪਰਮਿਸ਼ਨ ਨਹੀਂ ਮਿਲਦੀ। ਨਾ ਇਹ ਨਹੀਂ ਕੁਛ ਕਰ ਸਕਦੇ ਤੁਸੀਂ, ਬਾਦ ਵਿਵਾਦ ਖੜਾ ਕਰ ਦੋਗੇ। ਹੋਰ ਕੰਮਾਂ ਦੀਆਂ ਪੁੱਠੇ ਸਿੱਧਿਆਂ ਦੀਆਂ ਬਥੇਰੀਆਂ ਪਰਮਿਸ਼ਨਾਂ ਮਿਲ ਜਾਣਗੀਆਂ। ਹੁਣ ਦੁਨੀ ਚੰਦ ਅੰਦਰ ਹੰਕਾਰ ਵੀ ਮੇਰੇ ਪੁੱਛੇ ਬਿਨਾ ਇਹ ਕੌਣ ਆ ਕੇ ਬਹਿ ਗਿਆ। ਚਲੋ ਕੋਈ ਖਾਸ ਹੀ ਹੋਣਾ ਜਿਹਨੇ ਮੈਨੂੰ ਪੁੱਛਿਆ ਨਹੀਂ, ਹਨਾ। ਦੁਨੀ ਚੰਦ ਸੋਚਦਾ ਨਾ ਕੋਈ ਖਾਸ ਹੀ ਹੋ ਜਿਹਨੇ ਪੁੱਛਿਆ ਨਹੀਂ, ਆਪਾਂ ਵੀ ਚੱਲਦੇ ਆ। ਤੇ ਦੁਨੀ ਚੰਦ ਉਸ ਇਕੱਠ ਦੇ ਵਿੱਚ ਜਾਣੀ ਕਿ ਸਹਿਜੇ ਸਹਿਜੇ ਹੌਲੀ ਹੌਲੀ ਜੇ ਆ ਗਿਆ, ਹਉਮੈ ਦੀ ਪੰਡ ਨਾਲ ਹੀ ਚੱਕੀ ਆਉਂਦਾ ਵਿਚਾਰਾ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਆਇਆ ਨਾ, ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਵੱਲ ਧਿਆਨ ਨਹੀਂ ਦਿੱਤਾ। ਇਹ ਤਾਂ ਲਾਹੌਰ ਹੀ ਹੈ, ਚਲੋ ਪੰਜਾਬ ਦਾ ਹਿੱਸਾ ਹੀ ਹੈ ਨਾ। ਗੁਰੂ ਨਾਨਕ ਸਾਹਿਬ ਤਾਂ ਜਿੱਥੇ ਕੁਚੀਨ ਦੇ ਵਿੱਚ ਗਿਆ, ਉੱਥੇ ਵੀ ਕਹਿੰਦੇ ਜਾਣੀ ਕਿ ਹੋਰ ਸਟੇਟਾਂ ਦੇ ਜਿਹੜੇ ਰਾਜੇ ਸੀ ਨਾ, ਉਹਨਾਂ ਦੀਆਂ ਗੱਲਾਂ ਵੱਲ ਵੀ ਨਹੀਂ ਗੁਰੂ ਨਾਨਕ ਸਾਹਿਬ ਨੇ ਧਿਆਨ ਦਿੱਤਾ। ਇਹਦੇ ਪਿੱਛੇ ਕਾਰਨ ਕੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਉਹਨਾਂ ਨੂੰ ਨੀਵਾਂ ਚਖਾਉਣਾ ਨਾ, ਪਰ ਮਿਸ਼ਨ ਇੱਕੋ ਹੀ ਸੀ ਵੀ ਸੱਚ ਦੇ ਆਸ਼ਿਕ ਕਦੇ ਕਿਸੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਿਨ੍ਹਾਂ ਨੇ ਲੋਕ ਭਲਾਈ ਦੇ ਕੰਮ ਕਰਨੇ ਹੋਣ। ਇਹ ਤਾਂ ਉਹ ਧਿਆਨ ਦਿੰਦੇ ਹੁੰਦੇ ਨੇ ਕੌਣ? ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਮੁੱਖ ਰੱਖ ਕੇ ਗੱਲ ਨਹੀਂ ਕੀਤੀ, ਆਪਣੇ ਮਨ ਨੂੰ ਮੁੱਖ ਰੱਖ ਕੇ ਜਾਂ ਤਨ ਨੂੰ ਮੁੱਖ ਰੱਖ ਕੇ ਗੱਲ ਕੀਤੀ ਆ। ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖ ਕੇ ਗੱਲ ਕੀਤੀ ਆ, ਉਹ ਨਹੀਂ ਧਿਆਨ ਦਿੰਦੇ, ਉਹ ਆਪਣੇ ਕੰਮ ਕਰਦੇ ਰਹਿੰਦੇ ਨੇਗੇ। ਹੁਣ ਸਤਿਗੁਰੂ ਪਾਤਸ਼ਾਹ ਨੇ ਦੁਨੀ ਚੰਦ ਵੱਲ ਬਹੁਤਾ ਧਿਆਨ ਨਹੀਂ ਦਿੱਤਾਗਾ। ਦੁਨੀ ਚੰਦ ਆ ਗਿਆ, ਜਿਵੇਂ ਜੇ ਲੋਕ ਮੱਥਾ ਟੇਕ ਕੇ ਬੈਠੀ ਜਾਂਦੇ ਸੀ ਤੇ ਉਵੇਂ ਦੁਨੀ ਚੰਦ ਬੈਠ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਹੀ ਨਹੀਂ ਨਾ ਦੁਨੀ ਚੰਦ ਵੱਲ ਅੱਖ ਪੱਟ ਕੇ ਦੇਖਿਆ, ਬਿਲਕੁਲ ਹੀ ਨਹੀਂ ਦੇਖਿਆ, ਦੁਨੀ ਚੰਦ ਦੇ ਅੰਦਰ ਵੱਡਾ ਹਰਾ ਗੋਲਾ ਬਣ ਗਿਆ, ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ, ਅੰਦਰੋਂ ਉਬਲਣ ਲੱਗ ਗਿਆ। ਤਾਂ ਕਮਾਲ ਆ ਯਾਰ, ਮੈਨੂੰ ਤਾਂ ਲੋਕ ਪੁੱਛ ਕੇ ਕੰਮ ਕਰਦੇ ਨੇ, ਇਹ ਤਾਂ ਮੇਰੇ ਵੱਲ ਝਾਕਿਆ ਵੀ ਨਹੀਂ, ਕੌਣ ਆ ਇਹ, ਕੀ ਗੱਲਬਾਤ ਆ ਗਈ। ਤੇ ਦੁਨੀ ਚੰਦ ਆਖਰ ਬੋਲ ਪਿਆ, ਕਹਿੰਦਾ ਮੈਨੂੰ ਜਾਣਦਾ ਕੌਣ ਆ, ਮੈਨੂੰ ਜਾਣਦਾ ਕੌਣ ਆ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਹੋਏਗਾ ਕੰਗਾਲ ਭਾਈ ਕੋਈ। ਇਹੀ ਗੱਲ ਕਹੀ ਨਾ, ਕੰਗਾਲ, ਜਾਣੀ ਕਿ ਬਾਬੇ ਨਾਨਕ ਨੇ ਦੁਨੀ ਚੰਦ ਨੂੰ ਕੰਗਾਲ ਕਹਿ ਕੇ ਬੋਲ ਮਾਰਿਆ। ਇਹ ਗੱਲ ਕਹੀ। ਹੁਣ ਚੇਤਾ ਰੱਖਿਓ, ਨੰਬਰ 1 ਤੇ ਪਹਿਲਾਂ ਧਿਆਨ ਨਹੀਂ ਦਿੱਤਾ ਬਾਬੇ ਨਾਨਕ ਨੇ ਦੁਨੀ ਚੰਦ ਵੱਲ। ਇਸ ਗੱਲ ਦੀ ਬਹੁਤ ਵੱਡੀ ਹਦਕ ਮੰਨੀ ਆ ਦੁਨੀ ਚੰਦ ਨੇ। ਨੰਬਰ 2 ਤੇ ਦੁਨੀ ਚੰਦ ਨੂੰ ਪੁੱਛ ਕੇ ਨਹੀਂ ਕੰਮ ਕੀਤਾ ਬਾਬੇ ਨਾਨਕ ਨੇ, ਇਸ ਗੱਲ ਦੀ ਵੀ ਹਦਕ ਮੰਨੀ ਆ, ਬਸ਼ਰਮੀ ਮੰਨੀ ਆ। ਤੇ ਨੰਬਰ 3 ਤੇ ਹੁਣ ਦੁਨੀ ਚੰਦ ਦੇ ਇੱਕ ਲੱਗਦੇ ਹੱਥ ਹੋਰ ਬਾਬੇ ਨਾਨਕ ਨੇ ਤੀਰ ਮਾਰਿਆ। ਕਿਹੜਾ ਤੀਰ ਮਾਰਿਆ? ਕੰਗਾਲ ਕਹਿ ਕੇ ਤੀਰ ਵੱਜ ਗਿਆ ਨਾ। ਹੁਣ ਦੁਨੀ ਚੰਦ ਤਾਂ ਐਨ ਬਿਲਕੁਲ ਅੰਦਰੋਂ ਮੱਚ ਗਿਆ। ਅਖੀਰ ਕੀ ਕਹਿੰਦਾ? ਤੂੰ ਲੱਗਦਾ ਮੈਨੂੰ ਜਾਣਦਾ ਨਹੀਂ, ਉਹ ਦੇਖ ਮੇਰੇ ਘਰ ਬੰਨੀ 7 ਝੰਡੇ ਲੱਗੇ ਹੋਏ ਨੇ, ਇੱਕ ਝੰਡਾ 1 ਲੱਖ ਦਾ ਪ੍ਰਤੀਕ ਆ। ਤੇ ਉਹਨਾਂ ਟਾਈਮਾਂ 'ਚ ਲੱਖਾਂ ਦੀ ਗਿਣਤੀ ਵਿੱਚ ਜਿਹਦੇ ਕੋਲੇ ਧਨ ਦੌਲਤ ਆ, ਉਹ ਮੰਨਿਆ ਪਰਮੰਨਿਆ ਬੰਦਾ, ਅਮੀਰਾਂ ਦੇ ਵਿੱਚ ਉਹਦਾ ਨਾਮ ਵੱਡੇ ਪੱਧਰ ਤੇ ਆਉਂਦਾ ਗਾ। ਉਹਨਾਂ ਟਾਈਮਾਂ ਦੇ ਵਿੱਚ ਉਹ ਆਇਓ ਮੰਨ ਲਓ ਵੀ ਅਰਬ ਖਰਬਪਤੀ ਬੰਦਾ ਗਾ। ਤੇ ਕਿਉਂਕਿ ਉਹ ਝੰਡੇ ਕਿਉਂ ਲੱਗੇ ਸੀ? ਉਹ ਲੱਗੇ ਸੀ ਅਮੀਰੀ ਨੂੰ ਪ੍ਰਗਟ ਕਰਨ ਵਾਸਤੇ। ਅੱਜ ਅਮੀਰੀ ਦਿਖਾਉਣ ਵਾਸਤੇ ਬਹੁਤ ਕੁਛ ਆ, ਆਪਣੀ ਅਮੀਰੀ ਦਿਖਾਉਣ ਵਾਸਤੇ ਨਾ ਅੱਜ ਦੇ ਸਾਧਨ ਅਲੱਗ ਨੇ। ਤੇ ਉਦੋਂ ਅਮੀਰੀ ਦਿਖਾਉਣ ਵਾਸਤੇ ਝੰਡੇ ਵਗੈਰਾ ਲਾਉਣੇ ਪੈਂਦੇ ਸੀ, ਦੱਸਣਾ ਪੈਂਦਾ ਸੀ ਮੈਂ ਅਮੀਰ ਆ।
ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਤਾਂ ਬਹੁਤ ਹੀ ਵਧੀਆ ਗੱਲ ਆ ਵੀ ਜੀ ਤੂੰ ਇੰਨਾ ਅਮੀਰ ਆ ਤੇ ਹੁਣ ਨਾ ਥੋੜਾ ਠੰਡਾ ਹੋ ਗਿਆ। ਜਿਹੜੀ ਅੱਗ ਅੰਦਰ ਮੱਚਦੀ ਸੀ ਹੁਣ ਥੋੜੀ ਜਿਹੀ ਉਹ ਘਟ ਗਈ ਅੱਗ, ਜਦੋਂ ਬਾਬੇ ਨਾਨਕ ਨੇ ਥੋੜੀ ਜਿਹੀ ਫੂਕ ਦੇਤੀ, ਛਕਾਤੀ ਨਾ ਫੂਕ, ਹਵਾ ਦੇਤੀ, ਵੀ ਫਿਰ ਤਾਂ ਬੜੀ ਵਧੀਆ ਗੱਲ ਆ। ਫਿਰ ਤਾਂ ਇਉਂ ਲੱਗਦਾ ਵੀ ਤੂੰ ਤੇ ਮੈਂ ਰਲ ਕੇ ਆਪਾਂ ਕੁਛ ਕਰਾਂਗੇ ਜੇ ਤੂੰ ਇੰਨਾ ਅਮੀਰ ਆ। ਪਰ ਜਿਹੜੀ ਗੱਲ ਬਾਬੇ ਨਾਨਕ ਨੇ ਕਹਿਤੀ ਨਾ ਉਹ ਸੱਚੀ ਆ। ਜੇ ਬਾਬੇ ਨਾਨਕ ਨੇ ਕਿਹਾ ਨਾ ਤੂੰ ਤੇ ਮੈਂ ਰਲ ਕੇ ਆਪਾਂ ਕੁਛ ਕਰਾਂਗੇ, ਤੇ ਸੱਚ ਜਾਣਿਓ ਬਾਅਦ ਚ ਤਾਂ ਬਾਬੇ ਨਾਨਕ ਦਾ ਬਹੁਤ ਵੱਡਾ ਪ੍ਰੇਮੀ ਬਣਿਆ ਸੀ ਇਹ। ਤੇ ਹੁਣ ਬਾਬਾ ਨਾਨਕ ਕਹਿੰਦਾ ਚੰਗਾ ਫਿਰ ਇੱਕ ਕੰਮ ਕਰੀ, ਅੱਜ ਦੀ ਇੱਥੇ ਸਮਾਪਤੀ ਆ ਪ੍ਰਚਾਰ ਦੀ, ਤੇ ਆ ਨਾ ਸੂਈ ਲੈ ਜਾ ਮੈਥੋਂ, ਤੇ ਜਦੋਂ ਵੀ ਆਪਾਂ ਅਗਲੇ ਜਨਮ ਚ ਇਕੱਠੇ ਹੋਵਾਂਗੇ ਮਰਨ ਤੋਂ ਬਾਅਦ, ਤੇ ਮੈਨੂੰ ਤੂੰ ਅੱਗੇ ਜਾ ਕੇ ਸੂਈ ਦੇ ਦੀ, ਇਹ ਪਰਲੋਕ ਦੇ ਵਿੱਚ ਜਦੋਂ ਇਕੱਠੇ ਹੋਵਾਂਗੇ ਆਪਾਂ। ਤੇ ਬਾਬੇ ਨਾਨਕ ਨੇ ਜਦੋਂ ਸੂਈ ਫੜਾਤੀ ਤੇ ਦੁਨੀ ਚੰਦ ਨੂੰ ਥੋੜਾ ਜਿਹਾ ਹੌਸਲਾ ਹੋਰ ਮਿਲ ਗਿਆ, ਲੈ ਲੋਕ ਵੀ ਮੈਥੋਂ ਕੰਮ ਕਰਵਾਉਂਦੇ ਆ ਨਾ, ਵੀ ਆਹ ਕੰਮ ਮੇਰਾ ਕਰ ਦੇ ਜਾਂ ਕਰਵਾ ਦੇ ਕਿਸੇ ਤੋਂ, ਤੇ ਇਹ ਵੀ ਮੈਨੂੰ ਕੰਮ ਨੂੰ ਕਹਿਤਾ, ਬਹੁਤ ਵੱਡੀ ਪ੍ਰਾਪਤੀ ਆ। ਜਣੀ ਕਿ ਪਹਿਲਾਂ ਜੋ ਕੁਝ ਹੋ ਗਿਆ ਉਹਨੂੰ ਭੁਲਾ ਕੇ ਦੁਨੀ ਚੰਦ ਬਾਬੇ ਨਾਨਕ ਦੇ ਨੇੜੇ ਹੋ ਗਿਆ, ਵੀ ਮੈਨੂੰ ਕੰਮ ਨੂੰ ਕਹਿਤਾ, ਚਲੋ ਸ਼ਾਬਾਸ਼ੀ। ਪਹਿਲਾਂ ਮੇਰੀ ਪੁੱਛਗਿੱਛ ਕੀਤੀ ਨਾ ਉਹਨਾਂ ਕੋ ਦੁੱਖ ਹੈ, ਪਰ ਹੁਣ ਜ਼ਿਆਦੇ ਪੁੱਛਗਿੱਛ ਹੋ ਗਈ, ਹੁਣ ਮੈਨੂੰ ਕੰਮ ਨੂੰ ਹੀ ਕਹਿਤਾ ਬਾਬੇ ਨਾਨਕ ਨੇ, ਹੁਣ ਤਾਂ ਬਹੁਤ ਵਧੀਆ ਗੱਲ ਆ। ਕਹਿੰਦਾ ਜ਼ਰੂਰ ਜੀ, ਅੱਗੇ ਜਾ ਕੇ ਮੈਂ ਤੈਨੂੰ ਜ਼ਰੂਰ ਦੇਊਂਗਾ ਸੂਈ, ਇਹ ਲੈ ਲਈ ਜਿੱਥੇ ਮਰਜ਼ੀ ਲੈ ਲਈ, ਕੋਈ ਨਾ। ਤੇ ਹੁਣ ਜਦੋਂ ਸੂਈ ਦੇਤੀ ਨਾ, ਤੇ ਸੂਈ ਜਾ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਲੈ ਆਉਂ ਘਰ, ਆ ਸਾਂਭ ਕੇ ਰੱਖ ਦੇ, ਤੇ ਜਿੱਦੇ ਮੈਂ ਮਰ ਗਿਆ ਨਾ ਜਾਂ ਤਾਂ ਮੇਰੀ ਸੀੜੀ ਦੇ ਨਾਲ ਪਾ ਦੀ, ਮੈਨੂੰ ਹੱਥ 'ਚ ਫੜਾ ਦੀ। ਉਹ ਕਹਿੰਦੀ ਕਮਲਾ ਹੋਇਆਗਾ, ਜਿੱਦੇ ਤੂੰ ਮਰ ਗਿਆ ਇਹ ਸੂਈ ਤੂੰ ਨਾਲ ਕਿਵੇਂ ਲੈ ਕੇ ਜਾਵੇਂਗਾ, ਇਹ ਨਾਲ ਨਹੀਂ ਜਾਣੀ। ਉਹ ਕਹਿੰਦਾ ਚੰਗਾ ਫਿਰ ਮੇਰੇ ਨਾਲ ਨਹੀਂ ਜਾਣੀ, ਕਿਸੇ ਨੌਕਰ ਚਾਕਰ ਨੂੰ ਫੜਾ ਦੀ। ਉਹ ਕਹਿੰਦੀ ਕੋਈ ਨੌਕਰ ਚਾਕਰ ਵੀ ਨਹੀਂ ਤੇਰੇ ਨਾਲ ਲੈ ਕੇ ਜਾ ਸਕਦਾ। ਕਹਿੰਦਾ ਚੰਗਾ ਫਿਰ ਤੂੰ ਹੀ ਨਾਲ ਲੈ ਕੇ ਆ ਜੀ ਸੂਈ। ਉਹ ਕਹਿੰਦੀ ਮੈਂ ਵੀ ਤੇਰੇ ਆਖੇ ਇਸ ਕੰਮ 'ਚ ਲੱਗ ਨਹੀਂ ਸਕਦੀਗੀ। ਇਹ ਭਲਾ ਤੂੰ ਤਾਂ ਬੌਲਾ ਹੋਇਆ ਪਿਆ, ਮਰਨ ਤੋਂ ਬਾਅਦ ਤਾਂ ਨਾਲ ਕੁਛ ਵੀ ਨਹੀਂ ਜਾਣਾ, ਸੂਈ ਤਾਂ ਛੱਡ ਤੂੰ ਰਾਈ ਦਾ ਦਾਣਾ ਵੀ ਨਹੀਂ ਜਾਣਾ ਮਰਨ ਤੋਂ ਬਾਅਦ ਤਾਂ ਨਾਲ। ਜਣੀ ਕਿ ਬਾਬੇ ਨਾਨਕ ਨੇ ਸੂਈ ਦੇ ਕੇ ਉਹਦੇ ਘਰ ਦੇ ਵਿੱਚੋਂ ਹੀ, ਉਹਦੇ ਘਰ ਵਾਲੇ ਤੋਂ ਹੀ ਉਪਦੇਸ਼ ਕਰਵਾਤਾ ਉਹਨੂੰ। ਘਰ ਵਾਲੀ ਕਹਿੰਦੀ ਨਾਲ ਕੁਛ ਨਹੀਂ ਜਾਣਾ, ਉਹਨੂੰ ਸਿੱਖਿਆ ਮਿਲ ਗਈ। ਉਹ ਕਹਿੰਦਾ ਯਾਰ ਤਾਂ ਗੱਲ ਹੀ ਬੜੀ ਵਧੀਆ ਕਿ ਵੀ ਨਾਲ ਤਾਂ ਕੁਛ ਵੀ ਨਹੀਂ ਜਾਣਾ, ਮੈਨੂੰ ਤਾਂ ਪਤਾ ਹੀ ਅੱਜ ਲੱਗਿਆਗਾ। ਉਹਨੇ ਪੈਰੀ ਉਸੇ ਪੈਰੀ ਵਾਪਸ ਮੁੜ ਪਿਆ, ਸੂਈ ਲੈ ਕੇ ਬਾਬੇ ਨਾਨਕ ਕੋਲੇ ਆ ਗਿਆ। ਕਹਿੰਦਾ ਮੈਂ ਹੌਸਲੇ ਨਾਲ ਨਾ ਬੜੇ ਠੰਮੇ ਦੇ ਨਾਲ ਤਾਂ ਇੱਥੋਂ ਸੂਈ ਫੜੀ ਸੀ ਪਾਤਸ਼ਾਹ, ਵੀ ਮੈਂ ਤੈਨੂੰ ਨਾ ਅਗਲੇ ਜਨਮ 'ਚ ਦੇ ਦੂੰਗਾ, ਪਰ ਮੈਨੂੰ ਤਾਂ ਹੁਣ ਘਰੇ ਜਾ ਕੇ ਅਕਲ ਜੀ ਆਈ ਆ ਥੋੜੀ ਜੀ। ਜਾਣੀ ਕਿ ਸਤ ਸੰਗਤ ਕਰਨ ਤੋਂ ਬਾਅਦ ਘਰੇ ਪਹੁੰਚਿਆ, ਘਰੇ ਜਾ ਕੇ ਅਕਲ ਆਈ ਕਿਹੜੀ, ਇਹ ਸੂਈ ਤਾਂ ਨਾਲ ਜਾਣੀ ਨਹੀਂ, ਸੂਈ ਤਾਂ ਨਾਲ ਜਾਣੀ ਨਹੀਂ, ਤੇ ਮੈਂ ਇਹ ਸੇਵਾ ਨਹੀਂ ਕਰ ਸਕਦਾ, ਮੈਨੂੰ ਕੋਈ ਹੋਰ ਸੇਵਾ ਦੱਸੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਹੋਰ ਸੇਵਾ ਤਾਂ ਬਸ ਬੜੇ ਸੇਵਾਦਾਰ ਨੇ ਸੇਵਾ ਕਰਨ ਵਾਲੇ, ਜੇ ਨਾਲ ਸੂਈ ਨਹੀਂ ਜਾਣੀ ਦੁਨੀ ਚੰਦ, ਤੇ ਭਲਾ ਫਿਰ ਗੌਰ ਕਰ, ਜਿਨ੍ਹਾਂ ਗੱਲਾਂ ਦਾ ਤੂੰ ਮਾਣ ਕਰੀ ਬੈਠਾ ਵੀ ਮੇਰੀ ਚਲਦੀ ਆ ਲਾਹੌਰ 'ਚ, ਮੈਂ ਏਡਾ ਵੱਡਾ ਅਮੀਰ ਆ, ਇੰਨੀ ਪ੍ਰਾਪਰਟੀ ਆ ਮੇਰੇ ਕੋਲੇ, ਦੱਸਗਾ ਭਲਾ ਤੇਰੇ ਨਾਲ ਕੀ ਜਾਊਗਾ, ਚੌਧਰ ਜਾਊ ਨਾਲ? ਦੁਨੀ ਚੰਦ ਕਹਿੰਦਾ ਨਾ। ਪ੍ਰਾਪਰਟੀ ਜ਼ਮੀਨ ਜਾਇਦਾਦ ਨਾਲ ਜਾਊਗੀ? ਕਹਿੰਦਾ ਨਾ। ਪੈਸਾ ਟੱਕਾ ਤੇਰੀ ਧੀ ਪੁੱਤ ਤੇਰੇ ਘਰ ਵਾਲੀ ਨਾਲ ਤੇਰੇ ਆਖੇ ਕੰਮ ਕਰ ਸਕਦੀ ਆ? ਕਹਿੰਦਾ ਨਾ। ਪਤਾ ਲੱਗਦਾ ਜਵਾਬ ਦੇਗੀ, ਕਹਿੰਦੀ ਸੂਈ ਨਾਲ ਮੈਂ ਨਹੀਂ ਲੈ ਕੇ ਜਾਣੀਗੀ। ਤੇ ਜਦੋਂ ਇਦਾਂ ਦਾ ਉਪਦੇਸ਼ ਦਿੱਤਾ ਨਾ, ਜਾਣੀ ਕਿ ਦੁਨੀ ਚੰਦ ਨੂੰ ਹੋ ਗਿਆ ਗਿਆਨ ਵੀ ਨਾਲ ਤਾਂ ਕੁਛ ਵੀ ਨਹੀਂ ਜਾਣਾ, ਕੇਵਲ ਪਰਮਾਤਮਾ ਦੇ ਨਾਮ ਤੋਂ ਬਿਨਾ, ਸਤ ਸੰਗ ਤੋਂ ਬਿਨਾ, ਜਾਣੀ ਕਿ ਰੱਬੀ ਗੁਣਾ ਤੋਂ ਬਿਨਾ, ਜਸ ਤੋਂ ਬਿਨਾ ਕੁਛ ਵੀ ਨਹੀਂ ਨਾਲ ਜਾਣਾ। ਤੇ ਬਾਬੇ ਨਾਨਕ ਦੇ ਨਾ ਪੈਰ ਫੜ ਲਏ, ਕਹਿੰਦਾ ਭੁੱਲ ਹੋ ਗਈ, ਬਖਸ਼ ਲੈ, ਅੱਜ ਤੋਂ ਬਾਅਦ ਹੰਕਾਰ ਛੱਡਿਆ, ਮਾਣ ਛੱਡਿਆ, ਝੰਡੇ ਲਾ ਕੇ ਪਰਾਂ ਮਾਰੇ, ਤੇ ਆਪਾਂ ਨਾ ਰਲ ਕੇ ਸੇਵਾ ਕਰਾਂਗੇ। ਪਾਤਸ਼ਾਹ ਮੇਰੇ ਲਾਇਕ ਸੇਵਾ ਦੱਸ, ਮੇਰੇ ਲਾਇਕ ਸੇਵਾ ਦੱਸ। ਪਾਤਸ਼ਾਹ ਕਹਿੰਦੇ ਬਸ ਕੁਛ ਨਹੀਂ, ਸੇਵਾ ਆਹੀ ਸਭ ਤੋਂ ਵੱਡੀ ਸੇਵਾ, ਤੂੰ ਹੰਕਾਰ ਛੱਡ ਗਿਆ। ਤੇਰੇ ਅੰਦਰ ਹੰਕਾਰ ਸੀ ਨਾ, ਮੈਨੂੰ ਪੁੱਛ ਕੇ ਕੰਮ ਕਰੋ ਲਾਹੌਰ ਦੇ ਵਿੱਚ ਜੇ ਕਰਨਾ, ਜੇ ਮੈਨੂੰ ਨਹੀਂ ਪੁੱਛਿਆ ਨਾ ਮੈਂ ਆਕੜ ਜੂੰਗਾ, ਮੈਂ ਤੁਹਾਡੇ ਤੇ ਕੋਈ ਨਾ ਕੋਈ ਧਾਰਾ ਲਵਾ ਦੂੰਗਾ, ਪਰਚਾ ਪਵਾ ਦੂੰਗਾ, ਕੋਈ ਕਿਸੇ ਤਰ੍ਹਾਂ ਦਾ ਕਾਨੂੰਨੀ ਕਾਰਵਾਈ ਕਰਾ ਦੂੰਗਾ। ਪਾਤਸ਼ਾਹ ਹੁਣ ਨਹੀਂ ਕੁਛ ਕਰਨਾ, ਛੱਡਤਾ ਹੰਕਾਰ। ਹੰਕਾਰ ਸੀ, ਮੇਰੀ ਪੁੱਛ-ਗਿੱਛ ਨਹੀਂ ਹੋਈ, ਮੈਂ ਲੋਕਾਂ 'ਚ ਆਇਆ ਸੀ, ਪੁੱਛ-ਗਿੱਛ ਨਹੀਂ, ਹੰਕਾਰ ਸੀ ਨਾ, ਬਸ ਤੂੰ ਹੰਕਾਰ ਹੀ ਛੱਡ ਗਿਆ, ਇਹੀ ਬਹੁਤ ਵੱਡੀ ਗੱਲ ਆ। ਫਿਰ ਮਗਰੋਂ ਤਾਂ ਨਾ ਪਿਆਰ ਵਾਲਿਓ, ਮਗਰਲਾ ਇਤਿਹਾਸ ਆ, ਬਾਅਦ ਦਾ ਇਤਿਹਾਸ ਆ। ਜਦੋਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਨਾ ਬੁੱਢੇ ਹੋਏ ਨੇ ਖਰੀਦੀ ਸੀਗੀ, ਤੇ ਸਭ ਤੋਂ ਵੱਡਾ ਯੋਗਦਾਨ ਜਿਹੜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਨਾ ਅੱਜ,
ਤੇ ਉਹ ਕਰਤਾਰਪੁਰ ਸਾਹਿਬ ਦੀ ਜ਼ਮੀਨ ਦੁਨੀ ਚੰਦ ਨੇ ਆਪਣੀ ਕਮਾਈ ਦੇ ਵਿੱਚੋਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਤੇ ਉਹ ਜ਼ਮੀਨ ਬਾਬੇ ਨਾਨਕ ਨੂੰ ਖਰੀਦ ਕੇ ਦਿੱਤੀ ਸੀਗੀ। ਤੇ ਸੱਚ ਦਾ ਨਾਲ ਪ੍ਰਚਾਰ ਕਰਨ ਦੇ ਲਈ ਤੇ ਹੋਰ ਭਲਾਈ ਦੇ ਕਾਰਜ ਕਰਨ ਦੇ ਲਈ, ਇਉਂ ਕਹਿ ਲਓ ਦੁਨੀ ਚੰਦ ਨੇ ਆਪਣੇ ਵੱਲੋਂ ਨਾ 80% ਬਾਬੇ ਨਾਨਕ ਦੇ ਨਾਲ ਰਹਿ ਕੇ ਸੇਵਾ ਕੀਤੀ ਹੈ। ਚਲੋ 20% ਛੱਡ ਦੋ, ਅੱਗਾ ਪਿੱਛਾ ਕੁਛ ਕੱਢ ਕੇ ਇੰਨੀ ਸੇਵਾ ਕੀਤੀ ਆ। ਤੇ ਹੁਣ ਇੱਥੇ ਇੱਕ ਘਟਨਾ ਹੋਰ ਥੋੜੀ ਜਿਹੀ ਵਾਪਰੀ, 2-4 ਮਿੰਟਾਂ ਦੇ ਵਿੱਚ ਆਪਾਂ ਸਮਾਪਤੀ ਕਰ ਦੇਵਾਂਗੇ। ਲਾਹੌਰ ਦੁਨੀ ਚੰਦ ਦੀ ਦੇਹਲੀ ਤੇ ਬੈਠ ਕੇ ਨਾ ਬਾਬੇ ਨਾਨਕ ਨੇ ਆਸਾ ਦੀ ਵਾਰ ਉਚਾਰਨ ਕੀਤੀ ਆ। ਤੇ ਆਸਾ ਦੀ ਵਾਰ ਨਾ ਸਾਡੀ ਪ੍ਰਮੁੱਖ ਬਾਣੀ ਆ। ਸਾਡਾ ਨਿਤਨੇਮ ਨਾ 3 ਵਾਰੀ ਬਦਲ ਗਿਆ। ਉਹ ਇੱਕ ਅਲੱਗ ਗੱਲ ਆ, ਮੈਂ ਸੰਖੇਪ ਹੀ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ। 3 ਵਾਰੀ। ਸਭ ਤੋਂ ਪਹਿਲਾਂ ਜਪਜੀ ਸਾਹਿਬ ਅਤੇ ਆਸਾ ਦੀ ਵਾਰ, ਗੁਰੂ ਨਾਨਕ ਸਾਹਿਬ ਦੂਜੇ ਪਾਤਸ਼ਾਹ ਦੀ ਆਸਾ ਦੀ ਵਾਰ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਦਾ ਪਾਠ ਪੜ੍ਹਿਆ ਜਾਂਦਾ ਸੀ। ਕੁਝ ਟਾਈਮ ਬਾਅਦ ਨਾਲ ਕੁਝ ਹੋਰ ਬਾਣੀਆਂ ਐਡ ਕੀਤੀਆਂ ਗਈਆਂ ਤੇ ਕੁਝ ਟਾਈਮ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਅੰਮ੍ਰਿਤ ਛਕਾਉਣ ਤੋਂ ਬਾਅਦ ਕੁਝ ਬਾਣੀਆਂ ਹੋਰ ਨਾਲ ਐਡ ਕੀਤੀਆਂ ਗਈਆਂ, ਜਿਹੜੀਆਂ ਕਿ ਅੱਜ 5 ਬਾਣੀਆਂ ਦਾ ਨਿਤਨੇਮ ਤੇ ਸ਼ਾਮ ਦੀਆਂ 2 ਬਾਣੀਆਂ, ਟੋਟਲ 7 ਬਾਣੀਆਂ ਜਾਂ 5 ਬਾਣੀਆਂ ਦਾ ਆਪਾਂ ਨਿਤਨੇਮ ਕਹਿ ਦਿੰਦੇ ਹਾਂ। ਤੇ ਨਾਲ ਐਡ ਆਪਾਂ ਹੋਰ ਜਿੰਨੀਆਂ ਮਰਜ਼ੀ ਕਰ ਸਕਦੇ ਹਾਂ, ਸੁਖਮਨੀ ਸਾਹਿਬ, ਆਸਾ ਦੀ ਵਾਰ, ਸੰਤ ਕੀ ਵਾਰ, ਅੱਗੇ ਹੋਰ ਬਹੁਤ ਜ਼ਿਆਦਾ। ਤੇ ਪਹਿਲੀ ਵਾਰ ਆਸਾ ਦੀ ਵਾਰ ਗੁਰੂ ਨਾਨਕ ਸਾਹਿਬ ਨੇ ਨਾ ਦੁਨੀ ਚੰਦ ਦੀ ਦੇਹਲੀ ਤੇ ਬੈਠ ਕੇ ਉਚਾਰਨ ਕੀਤੀ ਹੈ, ਦੁਨੀ ਚੰਦ ਦੇ ਦਰਵਾਜ਼ੇ ਅੱਗੇ ਬੈਠ ਕੇ ਅੱਧੀ। ਤੇ ਅੱਧੀ ਆਸਾ ਦੀ ਵਾਰ ਪਾਕਪਟਨ ਦੀ ਧਰਤੀ ਜਣੀ ਕਿ ਬਾਬਾ ਫਰੀਦ ਸਾਹਿਬ ਦੇ ਘਰੇ ਅੰਦਰ ਬੈਠ ਕੇ ਉਚਾਰਨ ਕੀਤੀ ਆ। ਇੱਥੇ ਦੁਨੀ ਚੰਦ ਦੇ ਘਰੇ ਬਾਹਰ ਬੈਠ ਕੇ ਆਸਾ ਦੀ ਵਾਰ ਪੜ੍ਹੀ ਆ ਤੇ ਬਾਬਾ ਫਰੀਦ ਸਾਹਿਬ ਦੇ ਘਰੇ ਅੰਦਰ ਬੈਠ ਕੇ ਬਾਣੀ ਪੜ੍ਹੀ ਆ। ਆਸਾ ਦੀ ਵਾਰ ਅੱਧੀ ਉੱਥੇ ਤੇ ਅੱਧੀ ਇੱਥੇ। ਤੇ ਹੁਣ ਇਹਦਾ ਮਤਲਬ ਕੀ ਹੈ ਨਾ, ਬਹੁਤ ਵੱਡਾ ਇੱਕ ਮੇਜਰ ਕਾਰਨ ਆ। ਧਿਆਨ ਦਿਓ, ਜਦੋਂ ਵੀ ਤੁਸੀਂ ਦਰਬਾਰ ਸਾਹਿਬ, ਹਰਮੰਦਰ ਸਾਹਿਬ ਜਾਂਦੇ ਹੋ ਨਾ, ਇੱਕ ਬੇਨਤੀ ਹੈ ਵੀ ਲੰਗਰ ਛਕ ਕੇ ਨਾ ਮੁੜਿਆ ਕਰੋ। ਤੇ ਬਹੁਤੇ ਵਾਰੀ ਬਹੁਤਿਆਂ ਦੇ ਨਾਲ ਜਾਣ ਦਾ ਸਮਾਂ ਮਿਲਿਆ, ਰੱਬੀ ਪਿਆਰਿਆਂ ਨੂੰ ਛੱਡ ਕੇ। ਜੇ ਤਾਂ ਕੋਈ ਪਿਆਰ 'ਚ ਜਾਂਦਾ ਨਾ, ਉਹ ਤਾਂ ਇੱਕ ਵੱਖਰੀ ਗੱਲ ਆ। ਤੇ ਨਹੀਂ, ਬਹੁਤਿਆਂ ਦਾ ਜਾਣ ਸਾਰ ਧਿਆਨ ਕੀ ਹੁੰਦਾ, ਪਹਿਲਾਂ ਚਾਹ ਪਾਣੀ ਛਕੋ, ਰੋਟੀ ਛਕੋ, ਫੇਰ ਕਰਾਂਗੇ ਅਗਲਾ ਕੰਮ। ਅੱਛਾ, ਫੇਰ ਗੇੜਾ ਕੱਢਿਆ, ਆਜੋ ਥੋੜੀ ਥੋੜੀ ਘੁੱਟ ਹੋਰ ਪੀ ਲਓ। ਜਾਣੀ ਕਿ ਜਿੰਨਾ ਟਾਈਮ ਹੁੰਦਾ ਬੰਦੇ ਦਾ ਨਾ ਬਾਜ਼ਾਰ 'ਚ ਤੇ ਲੰਗਰਾਂ ਦੇ ਵਿੱਚ ਹੀ ਗੁਜ਼ਰ ਜਾਂਦਾ, ਤਾਈਓ ਸਾਨੂੰ ਕੁਝ ਪਤਾ ਨਹੀਂ ਲੱਗਦਾਗਾ। ਫਿਰ ਆਪਾਂ ਕਰਨਾ ਕੀ ਆ, ਆਪਾਂ ਆਹ ਗੱਲਾਂ ਵੱਲ ਧਿਆਨ ਦੇਣਾ। ਗੱਲਾਂ ਤਾਂ ਹੋਰ ਬੜੀਆਂ ਨੇ, ਜਿਹੜੀ ਗੱਲ ਇੱਥੇ ਆਪਾਂ ਕਹਿਣੀ ਆ ਕੁਝ ਸਕਿੰਟਾਂ ਦੇ ਵਿੱਚ। ਗੱਲ ਕਿਹੜੀ ਆ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਵਰੂਪ ਅਕਾਲ ਤਖਤ ਤੋਂ ਹਰਮੰਦਰ ਸਾਹਿਬ ਦੇ ਵਿੱਚ ਆਉਂਦਾ, ਜਾਣੀ ਕਿ ਗੁਰੂ ਸਾਹਿਬ ਨਾ ਅਕਾਲ ਤਖਤ ਤੋਂ ਪਾਲਕੀ ਵਿੱਚ ਸੁਸ਼ੋਭਿਤ ਹੋ ਕੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਆਉਂਦਾ। ਅੱਧੀ ਆਸਾ ਦੀ ਵਾਰ ਪੜ੍ਹੀ ਜਾ ਚੁੱਕੀ ਹੁੰਦੀ ਆ ਤੇ ਅੱਧੀ ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਹਰਮੰਦਰ ਸਾਹਿਬ 'ਚ ਪ੍ਰਕਾਸ਼ ਹੋ ਜਾਂਦਾ ਉਦੋਂ ਪੜ੍ਹੀ ਜਾਂਦੀ ਆ। ਜਿਨ੍ਹਾਂ ਨੂੰ ਪਤਾ ਉਹਨਾਂ ਨੇ ਵੀ ਸ਼ਾਇਦ ਇਸ ਗੱਲ ਤੇ ਵਿਚਾਰ ਕਦੇ ਨਾ ਕੀਤੀ ਹੋਵੇ, ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਨਹੀਂ ਪਤਾ। ਤੇ ਪਰ ਇਸ ਗੱਲ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਉਂ ਆ, ਇਹਦਾ ਕਾਰਨ ਕੀ ਆ। ਬਾਬੇ ਨਾਨਕ ਨੇ ਅੱਧੀ ਆਸਾ ਦੀ ਵਾਰ ਦੁਨੀ ਚੰਦ ਦੇ ਗੇਟ ਤੇ ਬੈਠ ਕੇ ਤੇ ਅੱਧੀ ਆਸਾ ਦੀ ਵਾਰ ਫਰੀਦ ਸਾਹਿਬ ਦੇ ਅੰਦਰ ਬੈਠ ਕੇ। ਇਹਦਾ ਮਤਲਬ ਕੀ ਆ, ਆਪਾਂ ਗੁਰਬਾਣੀ ਚੋਂ ਪੜ੍ਹਦੇ ਨਾ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚੱਲੈ ਸਾਥ। ਹੁਣ ਇੱਕ ਤਾਂ ਦੀਨ ਆ, ਇੱਕ ਦੁਨੀਆ। ਦੁਨੀ ਤੋਂ ਭਾਵ ਦੁਨੀਆ ਤੇ ਦੀਨ ਤੋਂ ਭਾਵ ਧਰਮ। ਹੁਣ ਜਦੋਂ ਤਾਂ ਦੁਨੀਆ ਦੇ ਮੋਹ 'ਚ ਫਸਿਆ ਪਿਆ ਸੀ ਦੁਨੀ ਚੰਦ, ਉਦੋਂ ਤਾਂ ਬਾਬੇ ਨਾਨਕ ਨੇ ਬਾਹਰ ਬੈਠ ਕੇ ਦੁਨੀਆ ਦੇ ਜੰਜਾਲ 'ਚੋਂ ਨਿਕਲਣ ਦੇ ਲਈ ਉਪਦੇਸ਼ ਦਿੱਤਾ। ਤੇ ਜਦੋਂ ਉਹ ਸੁਧਰ ਗਿਆ ਨਾ, ਤੇ ਫਿਰ ਬਾਬਾ ਫਰੀਦ ਸਾਹਿਬ ਦੇ ਬਾਰ 'ਚ ਬੈਠਣ ਦੀ ਲੋੜ ਨਹੀਂ ਪਈ, ਕਿਉਂਕਿ ਬਾਬਾ ਫਰੀਦ ਸਾਹਿਬ ਤਾਂ ਪਹਿਲੀ ਸੁਲਝਿਆ ਹੋਇਆ ਹੈਗਾ। ਫਿਰ ਅੰਦਰ ਬੈਠ ਗਿਆ, ਜਾਣੀ ਕਿ ਫਿਰ ਗੱਲ ਦੀਨ ਦੀ ਕੀਤੀ ਆ। ਪਹਿਲੀ ਆਸਾ ਦੀ ਵਾਰ 'ਚ ਦੁਨੀਆ ਦੀ ਗੱਲ ਆ ਤੇ ਦੂਜੀ ਅੱਧੀ ਆਸਾ ਦੀ ਵਾਰ ਦੇ ਵਿੱਚ ਦੀਨ ਦੀ ਗੱਲ ਆ। ਪਹਿਲਾਂ ਪਾਤਸ਼ਾਹ ਬਾਹਰ ਪ੍ਰਕਾਸ਼ ਕਰਦੇ ਨੇ ਤੇ ਫਿਰ ਸਾਡੇ ਹਿਰਦੇ ਰੂਪੀ ਅੰਦਰ ਬਾਣੀ ਦਾ ਪ੍ਰਕਾਸ਼ ਕਰਦੇ ਨੇ। ਤੇ ਨਹੀਂ ਤਾਂ ਨਾ ਇੱਕ ਨਿਯਮ ਆ, ਇੱਕ ਕਾਨੂੰਨ ਆ ਵੀ ਜਦੋਂ ਕੋਈ ਵੀ ਗੱਲਬਾਤ ਸੱਚ ਦੀ ਚੱਲਦੀ ਹੋਵੇ,
ਉਦੋਂ ਨਾ ਵਿੱਚ ਜਿੱਡਾ ਮਰਜੀ ਕੋਈ ਮੇਜਰ ਕਾਰਨ ਹੋਵੇ ਤੇ ਵਿੱਚੋਂ ਦੀ ਕੁਝ ਬੋਲਿਆ ਨਹੀਂ ਜਾਂਦਾ, ਤੋੜਿਆ ਨਹੀਂ ਜਾਂਦਾ ਹੁੰਦਾ, ਪਰ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਅੱਧ ਵਿਚਾਲੇ ਹਰਮੰਦਰ ਸਾਹਿਬ ਦੇ ਵਿੱਚ ਪ੍ਰਵੇਸ਼ ਹੁੰਦੇ ਆ। ਆਪਾਂ ਇਹ ਵੀ ਕਹਿ ਸਕਦੇ ਆ ਵੀ ਜਾਂ ਤਾਂ ਭਾਈ ਅੱਧਾ ਘੰਟਾ ਪਹਿਲਾਂ ਲਿਆਓ, ਆਸਾ ਦੀ ਵਾਰ ਸ਼ੁਰੂ ਨਾ ਹੋਈ ਹੋਵੇ, ਤੇ ਜਾਂ ਆਸਾ ਦੀ ਵਾਰ ਸਮਾਪਤ ਹੋਣ ਤੋਂ ਬਾਅਦ ਗੁਰੂ ਸਾਹਿਬ ਅੰਦਰ ਆ ਜਾਣ। ਅੱਧੀ ਪੜਨ ਤੇ ਅੱਧੀ ਨਾ ਪੜਨ ਤੇ, ਕਿਉਂ? ਬਸ ਪਹਿਲਾਂ ਗੱਲ ਦੁਨੀਆ ਦੀ ਤੇ ਬਾਅਦ ਵਿੱਚ ਗੱਲ ਦੀਨ ਦੀ ਕੀਤੀ ਜਾਂਦੀ ਆ। ਤਾਂ ਕਰਕੇ ਪਾਤਸ਼ਾਹ ਨੇ ਸਾਨੂੰ ਇਹ ਉਪਦੇਸ਼ ਦਿੱਤਾ ਗਾ। ਸੋ ਇਸ ਕਰਕੇ ਪਾਤਸ਼ਾਹ ਨੇ ਇੱਥੇ ਦੁਨੀ ਚੰਦ ਦੀ ਦਹਲੀਜ਼ ਤੇ ਪੜ੍ਹ ਕੇ ਆਸਾ ਦੀ ਵਾਰ ਉਚਾਰਨ ਕੀਤੀ ਆ। ਦੁਨੀ ਚੰਦ ਦਾ ਤੇ ਅਨੇਕਾਂ ਹੋਰ ਲੋਕਾਂ ਦਾ ਲਾਹੌਰ ਦੀ ਧਰਤੀ ਤੇ ਉਧਾਰ ਹੋਇਆ। ਪਾਤਸ਼ਾਹ ਫਿਰ ਅੱਗੇ ਕਿਸ ਪਾਸੇ ਜਾਂਦੇ ਨੇ, ਉਹ ਆਉਣ ਵਾਲੇ ਆਪਾਂ ਕੱਲ ਨੂੰ ਸੁਣਾਂਗੇ। ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ